ਸਤਿ ਸ਼੍ਰੀ ਅਕਾਲ। ਵੌਇਸ ਆਫ ਪੰਜਾਬ ਟੀਵੀ ਨਾਲ ਜੁੜੇ ਹੋ ਤੁਸੀਂ। ਇਸ ਵਕਤ ਅਸੀਂ ਜਿੱਥੇ ਖੜੇ ਹਾਂ ਇਹ ਚੰਡੀਗੜ੍ਹ ਦਾ ਕਿਸਾਨ ਭਵਨ ਹੈ। ਕਿਸਾਨ ਭਵਨ ਤੋਂ ਤੁਹਾਨੂੰ ਸਹਿਜੇ ਹੀ ਅੰਦਾਜ਼ਾ ਲਾ ਲੈਣਾ ਚਾਹੀਦਾ ਕਿ ਜੇਕਰ ਅਸੀਂ ਇੱਥੇ ਆਏ ਹਾਂ ਤਾਂ ਇੱਥੇ ਆਉਣ ਦਾ ਅੱਜ ਜਿਹੜਾ ਮਕਸਦ ਹੈ ਜਾਂ ਜਿਹੜਾ ਵਿਸ਼ਾ ਵਸਤੂ ਰਹੇਗਾ ਗੱਲਬਾਤ ਦਾ ਉਹ ਅਸਲ ਦੇ ਵਿੱਚ ਪੰਜਾਬ ਦਾ ਜਿਹੜਾ ਕਿਸਾਨੀ ਘੋਲ ਚੱਲ ਰਿਹਾ, ਕਿਸਾਨੀ ਸੰਘਰਸ਼ ਚੱਲ ਰਿਹਾ, ਜਿਹਦੀ ਕਿ ਬੜੀ ਲੰਬੀ ਪਰੰਪਰਾ ਰਹੀ ਆ, ਬੜਾ ਲੰਬਾ ਇਤਿਹਾਸ ਰਿਹਾ। ਇਸ ਐਤਕੀ ਦੇ ਕਿਸਾਨੀ ਸੰਘਰਸ਼ ਦੇ ਵਿੱਚ ਕੱਲਾ ਕਿਸਾਨ ਨਹੀਂ ਬੈਠਾ ਹੈ, ਸੰਘਰਸ਼ ਦੇ ਵਿੱਚ ਮਜ਼ਦੂਰ ਬੈਠਾ ਹੈ, ਲੇਖਕ ਭਾਈਚਾਰਾ ਬੈਠਾ ਹੈ, ਪੱਤਰਕਾਰ ਬੈਠੇ ਨੇ, ਆੜਤੀਆ ਬੈਠਾ ਹੈ, ਵਪਾਰੀ ਬੈਠਾ। ਕਹਿਣ ਦਾ ਭਾਵ ਕਿ ਹਰ ਉਹ ਵਰਗ ਜੋ ਜਿਵੇਂ ਜਿੱਥੇ ਆਪਣਾ ਜਿੰਨਾ ਯੋਗਦਾਨ ਦੇ ਸਕਦਾ ਉਹ ਯੋਗਦਾਨ ਦੇ ਰਿਹਾ। ਮੇਰੇ ਨਾਲ ਇਸ ਵਕਤ ਸਾਡੇ ਖੇਤਰ ਯਾਨੀ ਕਿ ਪੱਤਰਕਾਰਤਾ ਖੇਤਰ ਦੇ ਸਾਡੇ ਸੀਨੀਅਰ ਔਰ ਬਹੁਤ ਹੀ ਜਾਗਰੂਕ ਅਤੇ ਸਮਾਜਿਕ ਮੁੱਦਿਆਂ ਦੇ ਉੱਤੇ ਵੱਖ-ਵੱਖ ਸਮਿਆਂ ਦੇ ਉੱਤੇ ਆਪਣੀ ਰਾਏ, ਰਾਜਨੀਤਿਕ ਮੁੱਦਿਆਂ ਦੇ ਉੱਤੇ ਆਪਣੀ ਰਾਏ ਵੱਖਰੇ ਤੌਰ ਦੇ ਉੱਤੇ ਬੁਲੰਦ ਕਰਨ ਵਾਲੇ, ਆਪਣੀਆਂ ਟਿੱਪਣੀਆਂ ਦੇ ਰਾਹੀਂ ਸਿਆਸਤ ਨੂੰ ਅਤੇ ਰਾਜਨੀਤੀ ਨੂੰ ਅਤੇ ਸਮਾਜਿਕ ਸਰੋਕਾਰਾਂ ਨੂੰ ਲੋਕਾਂ ਅੱਗੇ ਲਿਆਉਣ ਵਾਲੇ ਸਾਡੇ ਸੀਨੀਅਰ ਦੀਪਕ ਸ਼ਰਮਾ ਚਨਾਰਥਲ ਹੋਰੀ ਨੇ। ਆਓ ਗੱਲਬਾਤ ਕਰਦੇ ਹਾਂ। ਸ਼ਰਮਾ ਜੀ, ਬਹੁਤ ਸਵਾਗਤ ਹੈ ਜੀ। ਧੰਨਵਾਦ ਵੀਰ, ਬਹੁਤ ਬਹੁਤ ਸ਼ੁਕਰੀਆ। ਜੋ ਕੁਝ ਚੱਲ ਰਿਹਾ ਹੈ, ਜੋ ਕੁਝ ਸਾਰੇ ਢਾਂਚੇ ਦੇ ਵਿੱਚ ਵਾਪਰ ਰਿਹਾ, ਮੈਂ ਇਸ ਤੋਂ ਪਹਿਲਾਂ ਡਾਕਟਰ ਸੁਖਦੇਵ ਸਰਸਾ ਹੋਰਾਂ ਨਾਲ ਵੀ ਗੱਲ ਕਰ ਰਿਹਾ ਸੀ। ਪੰਜਾਬ ਦੀ ਕਿਸਾਨੀ ਤੇ ਬਾਅਦ 'ਚ ਆਉਂਦੇ ਹਾਂ, ਪੰਜਾਬ ਦੀ ਕਿਸਾਨੀ ਤੇ ਮਜ਼ਦੂਰੀ ਤੇ ਅੰਦੋਲਨ ਤੇ ਬਾਅਦ 'ਚ ਆਉਂਦੇ ਹਾਂ, ਪਰ ਪਹਿਲਾਂ ਜਿਹੜਾ ਕੁਝ ਢਾਂਚਾਗਤ ਸਿਸਟਮ ਦੇ ਵਿੱਚ ਹੋ ਰਿਹਾ ਹੈ, ਫੈਡਰਲਿਜ਼ਮ ਨੂੰ ਖਤਰਾ ਪੈਦਾ ਹੋਇਆ, ਜਮਹੂਰੀਅਤ ਦੇ ਵਿੱਚ ਲੋਕਤੰਤਰਿਕ ਢੰਗ ਨਾਲ ਜੇ ਕੋਈ ਕੁਛ 4 ਅੱਖਰ ਲਿਖ ਵੀ ਦਿੰਦਾ ਉਹਨੂੰ ਵੀ ਦੇਸ਼ ਧਰੋਹੀ ਕਹਿ ਦਿੱਤਾ ਜਾਂਦਾ। ਦੀ ਕਿਸੇ ਟਿੱਪਣੀ ਦੇ ਉੱਤੇ ਆਪਣੀ ਬੇਬਾਕ ਰਾਏ ਰੱਖ ਦੇਣੀ, ਉਸ ਨੂੰ ਦੇਸ਼ ਧਰੋਹ ਕਹਿ ਦਿੱਤਾ ਜਾਂਦਾ। ਪ੍ਰਧਾਨ ਮੰਤਰੀ ਦਾ ਵਿਰੋਧ ਦੇਸ਼ ਧਰੋਹ ਕਿਵੇਂ ਹੋ ਸਕਦਾ? ਲੇਖਕਾਂ ਤੇ, ਬੁੱਧੀਜੀਵੀਆਂ ਤੇ, ਕਵੀਆਂ ਤੇ, ਪੱਤਰਕਾਰਾਂ ਤੇ ਖਾਸ ਤੌਰ ਦੇ ਉੱਤੇ ਜਿਹੜੇ ਸਿਆਸੀ ਹਮਲੇ ਹੋ ਰਹੇ ਨੇ, ਜਾਨਲੇਵਾ ਹਮਲੇ ਹੋ ਰਹੇ ਨੇ। ਅਸੀਂ ਕਿਹੜੇ ਸਮਿਆਂ 'ਚੋਂ ਗੁਜ਼ਰ ਰਹੇ ਹਾਂ? ਮੈਂ ਦਰਅਸਲ 'ਚ ਮਾਫ਼ ਕਰਨਾ ਕਿ ਕੱਲ੍ਹ ਜਿਵੇਂ ਸਵਰਾਜ ਵੀਰ ਹੋਰਾਂ ਦਾ ਆਰਟੀਕਲ ਕੱਲ੍ਹ ਦੇ ਪੰਜਾਬੀ ਟ੍ਰਿਬਿਊਨ 'ਚ ਸੀ ਕਿ ਇੱਕੋ ਖਾਸ ਸ਼ਖਸ, ਨਾਮ ਹੀ ਲੈ ਲੈਂਦੇ ਹਾਂ ਚਲੋ, ਕਿ ਰਿਪਬਲਿਕ ਭਾਰਤ ਜਾਂ ਉਸ ਪੱਤਰਕਾਰ ਦੇ ਸਮਿਆਂ ਦੇ ਵਿੱਚੋਂ ਗੁਜ਼ਰਦੇ ਹੋਏ ਅਸੀਂ ਕਿਹੜੇ ਸਮਿਆਂ 'ਚੋਂ ਗੁਜ਼ਰ ਰਹੇ ਹਾਂ? ਦੇਖੋ, ਅਸੀਂ ਉਸ ਸਮੇਂ 'ਚੋਂ ਗੁਜ਼ਰ ਰਹੇ ਹਾਂ ਕਿ ਮੈਂ ਕਦੀ ਲਿਖਿਆ ਸੀਗਾ ਕਿ ਮੈਂ ਡੇਰਾ ਬਾਬਾ ਨਾਨਕ ਖੜ੍ਹਾ ਅਤੇ ਮੈਂ ਕਿਰਤ ਦੀ ਭੂਮੀ ਬਾਬੇ ਨਾਨਕ ਦੀ ਕਰਤਾਰਪੁਰ ਸਾਹਿਬ ਨੂੰ ਮੱਥਾ ਟੇਕ ਰਿਹਾ, ਅਤੇ ਮੇਰੇ ਮਨ 'ਚ ਖਦਸ਼ਾ ਪੈਦਾ ਹੋ ਰਿਹਾ ਕਿ ਮੇਰਾ ਮੂੰਹ ਕਰਤਾਰਪੁਰ ਕੰਨੀ ਨੂੰ, ਮਤਲਬ ਮੇਰਾ ਮੂੰਹ ਪਾਕਿਸਤਾਨ ਕੰਨੀ ਨੂੰ ਆ ਅਤੇ ਮੇਰੀ ਪਿੱਠ ਭਾਰਤ ਕੰਨੀ ਨੂੰ ਆ, ਕਿਤੇ ਮੇਰੇ ਤੇ ਦੇਸ਼ ਧਰੋਹ ਦਾ ਪਰਚਾ ਤਾਂ ਨਹੀਂ ਬਣਦਾ। ਬਿਲਕੁਲ ਉਸ ਸਮੇਂ 'ਚ ਖੜ੍ਹੇ ਹਾਂ ਕਿ ਇਸ ਮਸਲੇ 'ਤੇ ਵੀ ਸਰਕਾਰ ਸੋਚ ਸਕਦੀ ਹੈ ਕਿ ਇਹਨੇ ਭਾਰਤ ਕੰਨੀ ਨੂੰ ਪਿੱਠ ਕਰ ਲਈ, ਪਤਾ ਨਹੀਂ ਇਹ ਕਿਹਨੂੰ ਮੱਥਾ ਟੇਕ ਰਿਹਾ। ਸੋ ਇਸ ਲਈ ਇਹ ਸਥਿਤੀ 'ਚੋਂ ਅੱਜ ਸਾਡੇ ਨੈਸ਼ਨਲ TV ਨੇ ਜਿਹੜੇ, ਉਹ ਪੱਤਰਕਾਰਤਾ ਦੇ ਸਿਧਾਂਤ ਤੋਂ ਪਿੱਛੇ ਹੋ ਕੇ, ਆਪਣੇ ਫਰਜ਼ਾਂ ਤੋਂ ਪਿੱਛੇ ਹੋ ਕੇ ਕਿਤੇ ਨਾ ਕਿਤੇ ਸਰਕਾਰੀ ਤੋਤੇ ਬਣ ਕੇ ਰਹਿ ਗਏ। ਜਦੋਂ ਕਿ ਮੀਡੀਆ ਦਾ ਫਰਜ਼ ਹੁੰਦਾ ਕਿ ਲੋਕਾਂ ਦੀਆਂ ਦਿੱਕਤਾਂ, ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਲੈ ਕੇ ਜਾਣੀਆਂ, ਸਰਕਾਰ ਦੀਆਂ ਯੋਜਨਾਵਾਂ ਲੋਕਾਂ ਤੱਕ ਲੈ ਕੇ ਜਾਣੀਆਂ। ਪਰ ਅਫਸੋਸ ਇਹ ਆਮ ਚਰਚਾ ਜੇ ਸੋਸ਼ਲ ਮੀਡੀਆ 'ਤੇ ਚੱਲਦੀ ਆ ਕਿ ਲਗਭਗ ਰਾਸ਼ਟਰੀ ਮੀਡੀਆ ਜਿਹੜੇ ਖਬਰੀ ਚੈਨਲ ਨੇ ਉਹ ਸਿੱਧੇ ਤੇ ਸਿੱਧੇ PMO ਹਾਊਸ ਤੋਂ ਭਾਈ ਸਕ੍ਰਿਪਟ ਲੈ ਕੇ ਪੜ੍ਹਦੇ ਨੇ, ਕੀ ਪੜ੍ਹਨਾ ਕੀ ਬੋਲਣਾ ਕਹਿੰਦੇ ਉੱਥੋਂ ਤੈਅ ਹੁੰਦਾ। ਇਹਦਾ ਮਤਲਬ ਚਰਚਾ ਜੇ ਕਿਤੋਂ ਆਈ ਆ, ਕੁਛ ਨਾ ਕੁਛ ਤਾਂ ਹੈ। ਉਹਦਾ ਉਦਾਹਰਨ ਅਸੀਂ ਹਾਲ ਹੀ 'ਚ ਦੇਖਿਆ ਕਿ ਇੱਕ ਸੂਬੇ ਦੀ ਕੋਰਟ ਉਸ ਨੂੰ ਫਸਾਉਣ 'ਤੇ ਲੱਗੀ ਆ ਪੱਤਰਕਾਰ, ਦੂਈ ਰਾਸ਼ਟਰ ਪੱਧਰ ਦੀ ਕੋਰਟ ਉਹਨੂੰ ਬਚਾਉਣ 'ਤੇ ਲੱਗੀ ਆ। ਸੋ ਕੀ ਇਹ ਸਰਕਾਰਾਂ ਦੀ ਲੜਾਈ ਆ ਜਾਂ ਅਦਾਲਤੀ ਲੜਾਈ ਆ? ਇੱਥੋਂ ਸਮਝ ਆਉਂਦੀ ਆ ਕਿ ਕਿਤੇ ਨਾ ਕਿਤੇ ਸਰਕਾਰੀ ਤੰਤਰ। ਹੁਣ ਤੁਸੀਂ ਇਕੱਲੇ ਮੀਡੀਆ 'ਤੇ ਕਿਉਂ ਆ ਜਾਓ? ਅੱਜ ਭਾਸ਼ਾ 'ਤੇ ਸਵਾਲ ਖੜ੍ਹਾ, ਅੱਜ ਸਾਡੀ ਸੱਭਿਅਤਾ 'ਤੇ ਸਵਾਲ ਖੜ੍ਹਾ, ਅੱਜ ਸਾਡੇ ਸੂਬਿਆਂ ਦੇ ਅਧਿਕਾਰ 'ਤੇ ਸਵਾਲ ਖੜ੍ਹਾ। ਢਾਂਚਾ ਖੜ੍ਹਾ ਹੁੰਦਾ ਥੱਲਿਓਂ। ਦਰਖਤ ਕਦੇ ਪੁੱਠਾ ਨਹੀਂ ਲੱਗਦਾ ਕਿ ਪਹਿਲਾਂ ਫਲ ਲੱਗਣਗੇ ਬਾਅਦ 'ਚੋਂ ਬੀਜ ਬੋਇਆ ਜਾਊਗਾ। ਪਹਿਲਾਂ ਬੀਜ ਬੋਇਆ ਜਾਂਦਾ, ਫਿਰ ਪੌਦਾ ਹੁੰਦਾ, ਪੌਦੇ ਤੋਂ ਦਰਖਤ ਬਣਦਾ, ਫਿਰ ਉਹਨੂੰ ਫੁੱਲ ਪੁੰਗਰਦੇ ਨੇ, ਫਿਰ ਉਹਨੂੰ ਫਲ ਲੱਗਦੇ ਨੇ। ਇੱਥੇ ਕੇਂਦਰ ਕਹਿੰਦਾ ਕਿ ਨਹੀਂ, ਕੇਂਦਰ ਹਾਵੀ ਹੋਊਗਾ, ਸਾਡੇ ਅੰਦਰ ਸੂਬੇ ਆਉਣਗੇ, ਸੂਬੇ ਵਾਲੇ ਕਹਿੰਦੇ ਕਿ ਸਾਡੇ ਅੰਦਰ ਜ਼ਿਲ੍ਹੇ ਆਉਣਗੇ, ਜ਼ਿਲ੍ਹੇ ਵਾਲੇ ਕਹਿੰਦੇ ਕਿ MLA ਦੇ ਅੰਡਰ ਪੰਚਾਇਤ ਹੋਊਗੀ। ਉਲਟਾ, ਪੰਚਾਇਤ ਦੇ ਸਰਪੰਚ ਪੰਚ ਨੂੰ ਇਹੀ ਨਹੀਂ ਪਤਾ ਕਿ ਸੈਕਟਰੀ ਮੇਰੇ ਅੰਡਰ ਹੈ, ਇੱਥੇ ਸੈਕਟਰੀ ਪੰਚਾਇਤ ਚਲਾ ਰਹੇ ਨੇ। ਹਾਲਾਂਕਿ ਸਾਡਾ ਜਮਹੂਰੀ ਢਾਂਚਾ ਪੰਚਾਇਤ ਤੋਂ ਸ਼ੁਰੂ ਹੁੰਦਾ, ਬੇਸ ਗ੍ਰਾਮ ਸਭਾ ਤੋਂ। ਪੰਚਾਇਤਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਪਿੰਡ ਦੀ ਪੰਚਾਇਤ ਹੈ। ਪੰਚਾਇਤਾਂ MLA ਦੀਆਂ ਪੰਚਾਇਤਾਂ ਬਣ ਕੇ ਰਹਿ ਗਈਆਂ। ਪਿੰਡ ਦੀਆਂ ਪੰਚਾਇਤਾਂ ਪਾਰਟੀ ਦੀਆਂ ਪੰਚਾਇਤਾਂ ਨਹੀਂ ਹੁੰਦੀਆਂ, ਉਹ ਪਿੰਡ ਦੀਆਂ ਹੁੰਦੀਆਂ। ਇਸੇ ਤਰ੍ਹਾਂ ਸਾਡੇ MLA ਸਿਰਫ ਪਾਰਟੀ ਦੇ MLA ਬਣ ਕੇ ਰਹਿ ਗਏ। ਉਹ ਪੰਜਾਬ ਦੇ ਨਹੀਂ MLA ਬਣਦੇ, ਉਹ ਆਪਣੇ ਸੂਬੇ ਦੇ MLA ਨਹੀਂ ਬਣਦੇ, ਉਹ ਪਾਰਟੀਆਂ ਦੇ MLA ਹੁੰਦੇ ਨੇ। ਜਦੋਂ ਕਿ ਵਿਧਾਨ ਸਭਾ 'ਚ ਪਹੁੰਚਿਆ ਵਿਅਕਤੀ ਉਸ ਦੇਸ਼ ਦਾ, ਉਸ ਖਿੱਤੇ ਦਾ ਨੁਮਾਇੰਦਾ ਹੁੰਦਾ। ਇਸੇ ਤਰ੍ਹਾਂ ਇਸ ਸਮੇਂ ਦੇਸ਼ ਦਾ ਪ੍ਰਧਾਨ ਮੰਤਰੀ ਅਬਾਨੀ ਅਡਾਨੀ ਦਾ ਪ੍ਰਧਾਨ ਮੰਤਰੀ ਨਹੀਂ ਹੈ, ਉਹ ਕਿਸੇ ਕਾਰਪੋਰੇਟ ਘਰਾਣੇ ਦਾ ਪ੍ਰਧਾਨ ਮੰਤਰੀ ਨਹੀਂ ਹੈ, ਉਹ ਦੇਸ਼ ਦਾ ਪ੍ਰਧਾਨ ਮੰਤਰੀ। ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ। ਪਰ ਅਫਸੋਸ ਕਦੇ ਕਦੇ ਮਹਿਸੂਸ ਹੁੰਦਾ ਭਰਾ ਮੇਰੇ
ਕਿ ਸ਼ਾਇਦ ਮੌਜੂਦਾ ਸਰਕਾਰ ਨੇ, ਮੌਜੂਦਾ ਲੀਡਰਸ਼ਿਪ ਨੇ, ਮੌਜੂਦਾ ਮੰਤਰੀ ਮੰਡਲ ਨੇ ਸਾਡੇ ਭਾਰਤੀ ਸੰਵਿਧਾਨ ਨੂੰ ਚੱਕ ਕੇ ਕਿਸੇ ਖੁੰਝੇ ਰੱਖ ਦਿੱਤਾ ਤੇ ਆਪਣੀ ਲਿਖਤ ਲਿਖ ਲਈ ਹੈ ਜਿਹਦੇ ਹਿਸਾਬ ਨਾਲ ਉਹਨੇ ਦੇਸ਼ ਚਲਾ ਰਹੇ ਨੇ। ਤਾਂ ਹੀ ਤਾਂ ਮੈਂ ਇੱਕ ਮਾਇਰ ਨਾਲ ਗੱਲ ਕਰ ਰਿਹਾ ਸੀ ਇੱਕ ਦਿਨ, ਉਹ ਮੈਨੂੰ ਕਹਿੰਦੇ ਕਿ ਮੈਨੂੰ ਇੱਥੇ ਖਤਰਾ ਖੜਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜੇ ਤਾਂ ਕਹਿਣ ਨੂੰ ਹੈ ਕਿ ਲੋਕਤੰਤਰ ਕਹਿਣ ਨੂੰ ਹੈ ਪਰ ਕਿਤੇ ਗਾਇਬ ਹੈ, ਪਰ ਆਉਣ ਵਾਲੇ ਦਿਨਾਂ 'ਚ ਕਹਿ ਕੇ ਲੋਕਤੰਤਰ ਖਤਮ ਹੋਏਗਾ ਤੇ ਇੱਕ ਦਿਨ ਕਹਿੰਦੇ ਉਹ ਆਏਗਾ ਕਿ ਜਿੱਦਣ ਭਾਰਤੀ ਜਨਤਾ ਪਾਰਟੀ ਨੂੰ ਰਾਜ ਸਭਾ 'ਚ ਬਹੁਮਤ ਮਿਲ ਗਿਆ ਉਦਣ ਇਹ ਸਾਰੇ ਅਧਿਕਾਰ ਰਾਸ਼ਟਰਪਤੀ ਨੂੰ ਦੇਣਗੇ। ਇੱਕ ਮਾਹਿਰ ਬੰਦਾ ਮੇਰੇ ਨਾਲ ਬੜੀ ਗੰਭੀਰਤਾ ਨਾਲ ਗੱਲ ਕਰ ਸੀ, ਮੈਂ ਉਹਦੇ ਹਵਾਲੇ ਨਾਲ ਦੱਸ ਰਿਹਾ। ਉਹ ਕਹਿੰਦੇ ਕਿ ਉਹ ਦਿਨ ਵੀ ਆਏਗਾ ਕਿ ਸਾਰੇ ਅਧਿਕਾਰ ਰਾਸ਼ਟਰਪਤੀ ਨੂੰ ਦੇਣਗੇ ਤੇ ਫਿਰ ਤਮਾਮ ਉਮਰ ਲਈ ਨਰਿੰਦਰ ਮੋਦੀ ਜੀ ਆਪ ਰਾਸ਼ਟਰਪਤੀ ਬਣ ਸਕਦੇ ਨੇ, ਜਿਵੇਂ ਪੁਤਿਨ ਹੈ, ਜਿਵੇਂ ਜਿਨਪਿੰਗ ਹੈ। ਇਹ ਹੈ ਜੀ ਲੋਕਤੰਤਰ, ਅੱਜ ਦਾ ਲੋਕਤੰਤਰ ਇੱਥੇ ਖੜਾ। ਮੀਡੀਆ ਤੋਂ ਸ਼ੁਰੂ ਕੀਤੀ ਸੀ ਗੱਲ, ਮੀਡੀਆ ਤੇ ਹੀ ਵਾਪਸ ਪਰਤਦੇ ਹਾਂ ਕਿਉਂਕਿ ਆਪਾਂ ਦੋਵੇਂ ਉਸ ਖੇਤਰ ਨਾਲ ਜੁੜੇ ਹੋਏ ਹਾਂ। ਫਿਰ ਇਹਦਾ ਸੁਧਾਰ ਕਿਵੇਂ ਹੋਊਗਾ? ਕਾਰਪੋਰੇਟ ਹੱਥ ਦੀ ਤਾਂ ਚਲੋ ਚੁਟਕੀ ਬਣ ਗਿਆ, ਉਹ ਪੀਐਮਓ ਹਾਊਸ ਤੋਂ ਸਕ੍ਰਿਪਟ ਆਉਂਦੀ ਆ, ਪਰ ਜਿਹੜਾ ਕੋਈ ਮਾੜੀ ਮੋਟੀ ਆਵਾਜ਼ ਬੁਲੰਦ ਕਰਦਾ, ਜਿੱਦਾਂ ਆਪਾਂ ਵੈਬ ਚੈਨਲਸ ਦੀ ਗੱਲ ਕਰ ਲਈ, ਮੈਂ ਉਹ ਸਾਰਿਆਂ ਨੂੰ ਵੀ ਨਿਰਪੱਖ ਨਹੀਂ ਮੰਨਦਾ, ਹੋ ਸਕਦਾ ਕਿ ਅਸੀਂ ਵੀ ਕਿਸੇ ਵੇਲੇ ਕਿਸੇ ਪੱਖੀ ਹੋ ਜਾਂਦੇ ਹੋਵਾਂਗੇ, ਪਰ ਫਿਰ ਵੀ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਵੈਬ ਚੈਨਲਸ ਦੇ ਰਾਹੀਂ ਕੋਈ ਨਾ ਕੋਈ ਚੀਜ਼ ਛਣ ਕੇ ਜੇ ਆ ਜਾਂਦੀ ਹੈ ਜਿਹੜੀ ਸੱਚ ਦੇ ਨੇੜੇ ਤੇੜੇ ਹੁੰਦੀ ਹੈ ਜਾਂ ਜਿਹੜੀ ਲੋਕਾਂ ਦੀ ਗੱਲ ਕਰਦੀ ਹੈ। ਇਹਦਾ ਸੁਧਾਰ ਹੋਣ ਦੀ ਗੁੰਜਾਇਸ਼ ਕਿਵੇਂ ਹੈ? ਕੀ ਸਾਨੂੰ ਵੈਬ ਚੈਨਲਾਂ ਦੇ ਸਹਾਰੇ ਰਹਿਣਾ ਪਊਗਾ? ਖਾਸ ਤੌਰ ਦੇ ਉੱਤੇ ਇੱਕ ਹੋਰ ਵੱਡੀ ਗੱਲ, ਜਦੋਂ ਅਰਨਵ ਗੋਸਵਾਮੀ ਨੂੰ ਜਦੋਂ ਫੜਿਆ ਜਾਂਦਾ ਉਦੋਂ ਚੀਕਾਂ ਮਾਰ ਕੇ ਕਿਹਾ ਗਿਆ ਕਿ ਅਣ ਐਲਾਨੀ ਐਮਰਜੈਂਸੀ ਮਹਾਰਾਸ਼ਟਰ ਦੇ ਵਿੱਚ ਲੱਗੀ ਹੋਈ ਹੈ, ਠੀਕ ਹੈ ਜੀ, ਤੇ ਜਦੋਂ ਭਾਰਤ ਦੇ ਵਿੱਚ ਬਾਕੀ ਸਾਰਾ ਕੁਝ ਵਾਪਰ ਰਿਹਾ ਹੁੰਦਾ ਹੈ ਤਾਂ ਉਦੋਂ ਕੋਈ ਅਣ ਐਲਾਨੀ ਐਮਰਜੈਂਸੀ ਨਜ਼ਰ ਨਹੀਂ ਆਉਂਦੀ ਹੈਗੀ। ਜਿਹੜਾ ਅਰਨਵ ਗੋਸਵਾਮੀ ਵਾਲਾ ਮਸਲਾ, ਉਹ ਪਤਾ ਸੀਗਾ ਕਿ ਉਹ ਉਹਨਾਂ ਦਾ ਇੱਕ ਬੁਲਾਰਾ ਹੈ, ਬੇਸ਼ੱਕ ਉਹ ਚੈਨਲ ਦਾ ਚਲਾ ਰਿਹਾ ਸੀ ਪਰ ਉਹ ਬੁਲਾਰਾ ਸੀ, ਪਾਰਟੀ ਦਾ ਬੁਲਾਰਾ ਬਣ ਕੇ ਸੀ, ਇਸ ਲਈ ਉਹਦੀ ਚਿੰਤਾ ਹੋਣੀ ਜਾਇਜ਼ ਸੀ, ਉਹਨਾਂ ਦਾ ਫਿਕਰ ਹੋਣਾ ਜਾਇਜ਼ ਸੀ। ਪਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਇਸ ਸਮੇਂ ਜਦੋਂ ਕਰੋਨਾ ਕਾਲ ਸੀ ਦੇਸ਼ ਦੇ ਵਿੱਚ, ਕਿਹਾ ਗਿਆ ਕਿ ਮਹਾਮਾਰੀ ਆ ਗਈ ਤੇ ਕਿੰਨੀਆਂ ਧਿਰਾਂ ਨੂੰ ਕਰੋਨਾ ਯੋਧੇ ਐਲਾਨਿਆ, 180 ਤੋਂ ਵੱਧ ਪੱਤਰਕਾਰ ਮਾਰੇ ਜਾਂਦੇ ਨੇ ਇਸ ਦੌਰ ਦੇ ਵਿੱਚ, ਉਹਨਾਂ ਦਾ ਕਰੋਨਾ ਯੋਧਾ ਕਿਤੇ ਨਹੀਂ। ਪਿਛਲੇ 5 ਸਾਲਾਂ ਦੇ ਵਿੱਚ, ਕੇਂਦਰ ਦੇ ਪਿਛਲੇ 5 ਸਾਲਾਂ ਦੇ ਕਾਰਜਕਾਲ ਦੇ ਵਿੱਚ ਦੇਸ਼ ਭਰ 'ਚ 40 ਪੱਤਰਕਾਰਾਂ ਦਾ ਕਤਲ ਹੁੰਦਾ। ਕਤਲ ਹੋਣਾ ਮਤਲਬ, ਇਹਦਾ ਮਤਲਬ ਉਸ ਕਤਲ ਦੇ ਨਾਲ ਕਿੰਨੇ ਪਰਿਵਾਰ ਉਜੜੇ, ਜੇ 40 ਦੇ ਨਾਲ 5-5 ਵੀ ਲਾਓ ਤਾਂ 200 ਪਰਿਵਾਰ, 200 ਮੈਂਬਰ ਉਜੜਦੇ ਨੇ, ਉਹਨਾਂ ਦੀ ਕਿਸੇ ਨੇ ਸਾਰ ਲਈ। ਸੋ ਇਹ ਕਿੱਥੇ ਆ ਪੱਤਰਕਾਰਤਾ? ਫਿਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਹੁਣ ਅਸੀਂ ਗੱਲ ਕਰ ਲਈ ਅਖਬਾਰੀ ਦੇ ਲਈ ਪ੍ਰੈਸ ਕਾਉਂਸਲ ਆਫ ਇੰਡੀਆ ਬਣਿਆ, ਉਹਦੇ ਬਾਵਜੂਦ ਕੀ ਅਖਬਾਰਾਂ ਪੱਖਪਾਤੀ ਨਹੀਂ ਹੈਗੀਆਂ? ਕੀ ਅਖਬਾਰਾਂ ਸਰਕਾਰੀ ਤਰ੍ਹਾਂ ਨਹੀਂ ਹੈਗੀਆਂ? ਉਸ ਤੋਂ ਬਾਅਦ ਸਾਡੀ ਸੂਚਨਾ ਪ੍ਰਸਾਰ ਮੰਤਰਾਲੇ ਦੇ ਅਧੀਨ ਟੀਵੀ ਚੈਨਲ ਆਉਂਦੇ ਨੇ, ਉਹਦੀ ਗੱਲ ਆਪਾਂ ਕੀਤੀ ਆ। ਹੁਣ ਅੱਜ ਇਹ ਵੈਬ ਟੀਵੀ ਚੈਨਲਾਂ ਨੂੰ ਵੀ ਸੂਚਨਾ ਪ੍ਰਸਾਰਣ ਮੰਤਰਾਲੇ ਦੇ ਘੇਰੇ 'ਚ ਲਿਆਉਣਾ ਚਾਹੁੰਦੇ ਨੇ ਕਿ ਰਜਿਸਟਰਡ ਕਰਾਓ, ਉਹਦੇ ਰਾਹੀਂ ਉਹ ਅਸਲ ਦੇ ਵਿੱਚ ਨਕੇਲ ਪਾਉਣ ਦੀ ਕੋਸ਼ਿਸ਼ ਆ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਥੋੜ੍ਹਾ ਬਹੁਤ ਜੇ ਕਿਤੇ ਸੱਚ ਆਉਂਦਾ ਤਾਂ ਲੋਕਾਂ ਨੂੰ ਲੱਗਦਾ ਸੋਸ਼ਲ ਮੀਡੀਆ ਵੇਖ ਲਓ, ਪਰ ਇਹ ਗੱਲ ਮੈਂ ਬਹੁਤ ਮਤਲਬ ਕਿ ਤੁਹਾਡੇ ਨਾਲ ਇਹ ਸਹਿਮਤ ਨਹੀਂ ਹੋਊਂਗਾ। ਤੁਸੀਂ ਕਿਹਾ ਕਿ ਹਾਂ ਨਿਰਪੱਖ, ਮੈਨੂੰ ਲੱਗਦਾ ਕਿ ਨਿਰਪੱਖ ਹੋਣਾ ਵੀ ਨਹੀਂ ਚਾਹੀਦਾ, ਤੁਹਾਡਾ ਕੋਈ ਪੱਖ ਹੋਣਾ ਜ਼ਰੂਰ ਚਾਹੀਦਾ ਕਿ ਤੁਸੀਂ ਕਿਹੜਾ ਪੱਖ ਲੈ ਕੇ ਗੱਲ ਕਰ ਰਹੇ ਹੋ। ਇਸ ਲਈ ਪੰਜਾਬ ਦਾ ਚਾਹੇ ਕੋਈ ਮੀਡੀਆ ਹੋਵੇ, ਉਹਦੇ ਲਈ ਪਹਿਲਾਂ ਆਪਣਾ ਸੂਬਾ ਹੋਣਾ ਚਾਹੀਦਾ, ਫਿਰ ਦੇਸ਼ ਹੋਣਾ ਚਾਹੀਦਾ, ਫਿਰ ਦੁਨੀਆ ਹੋਣੀ ਚਾਹੀਦੀ ਹੈ। ਪੜਾਅ ਹੁੰਦਾ, ਤੁਸੀਂ ਸਿੱਧੇ ਛੱਤ ਤੇ ਨਹੀਂ ਚੜੋਗੇ, ਪੌੜੀਦਾਰੀ ਪੌੜੀ ਚੜੋਗੇ। ਸੋ ਇਸ ਲਈ ਪੰਜਾਬ ਦਾ ਚਾਹੇ ਉਹ ਮੀਡੀਆ ਹੈ, ਚਾਹੇ ਉਹ ਮਜ਼ਦੂਰ ਹੈ, ਚਾਹੇ ਉਹ ਕਿਸਾਨ ਹੈ, ਚਾਹੇ ਉਹ ਇੱਥੇ ਦਾ ਮੁਲਾਜ਼ਮ ਹੈ, ਉਸ ਨੂੰ ਪਹਿਲਾਂ ਆਪਣੇ ਪਿੰਡ ਦੀ, ਫਿਰ ਆਪਣੇ ਖਿੱਤੇ ਦੀ, ਫਿਰ ਆਪਣੀ ਭਾਸ਼ਾ ਦੀ, ਫਿਰ ਆਪਣੇ ਸੂਬੇ ਦੀ, ਫਿਰ ਦੇਸ਼ ਦੀ। ਸੋ ਇਸ ਲਈ ਚੇਨ ਹੋਏਗੀ। ਪਰ ਅੱਜ ਦਾ ਮੀਡੀਆ ਜਿਸ ਢੰਗ ਨਾਲ ਕੰਮ ਕਰ ਰਿਹਾ ਸੀ, ਉਹਦੇ ਵਿੱਚੋਂ ਅਖਬਾਰਾਂ ਨੂੰ ਕਿਤੇ ਨਾ ਕਿਤੇ ਲੱਗਦਾ ਕਿ ਕੇਂਦਰੀਕਰਨ ਹੋ ਗਿਆ ਸੀ ਉਹਨਾਂ ਦਾ ਜ਼ਿਆਦਾਤਰ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਚੈਨਲ ਸੀਗੇ ਉਹਨਾਂ ਦਾ ਜ਼ਿਆਦਾ ਪੂਰੀ ਤਰ੍ਹਾਂ ਹੀ ਲਗਭਗ ਕੇਂਦਰੀਕਰਨ ਹੋ ਗਿਆ ਸੀ। ਹੁਣ ਬਚਿਆ ਸੀ ਸਿਰਫ ਸੋਸ਼ਲ ਮੀਡੀਆ, ਜਿੱਥੇ ਲੱਗਦਾ ਸੀ ਕਿ ਸਾਡੀ ਆਵਾਜ਼, ਹੁਣ ਉਹਦਾ ਹੱਲ ਮੈਨੂੰ ਲੱਗਦਾ ਇਹਨਾਂ ਨੇ ਕੱਢ ਲਿਆ ਕਿ ਜਿਹੜਾ ਉਹਨੂੰ ਸੂਚਨਾ ਪ੍ਰਸਾਰਣ ਮੰਤਰਾਲੇ ਦੇ ਅਧੀਨ ਲਿਆਂਦਾ ਕਿ ਜਾਂ ਤਾਂ ਤੁਸੀਂ ਸਾਡੀ ਬੋਲੀ ਬੋਲੋ, ਨਹੀਂ ਤੁਹਾਡੇ ਮੂੰਹ ਤੇ ਕਰੋਨਾ ਵਾਂਗ ਫਿਰ ਛੁੱਕਲੀਆਂ ਲਾਵਾਂਗੇ, ਤੁਹਾਡੇ ਮੂੰਹ ਮਾਸਕ ਪਾ ਕੇ ਬੰਦ ਕਰਾਂਗੇ। ਇਸ ਲਈ ਇਹ ਕਿਤੇ ਨਾ ਕਿਤੇ ਦੇਖੋ, ਇਹ ਪਹਿਲਾ ਮੌਕਾ ਨਹੀਂ ਹੈ। ਇਸ ਤੋਂ ਪਹਿਲਾਂ ਜਦੋਂ ਇੰਨਾ ਮੀਡੀਆ ਦੀ ਤੇਜ਼ੀ ਨਹੀਂ ਸੀ, ਤਦ ਵੀ ਸਰਕਾਰਾਂ ਕਰਦੀਆਂ ਸੀ। ਇੰਦਰਾ ਦੇ ਟਾਈਮ 'ਚ ਵੀ ਬਹੁਤ ਕੁਝ ਹੋਇਆ, ਕਾਂਗਰਸ ਦੇ ਰਾਜ 'ਚ ਵੀ ਬਹੁਤ ਕੁਝ ਹੋਇਆ। ਫਰਕ ਸਿਰਫ ਇੰਨਾ ਸੀ ਕਿ ਪਹਿਲੀਆਂ ਸਰਕਾਰਾਂ ਲੋਕਾਂ ਦਾ ਮੂੰਹ ਬੰਦ ਕਰਦੀਆਂ ਸੀ, ਇਹ ਮੂੰਹ ਤੋਂ ਅੱਗੇ ਜੀਭ ਕੱਟਣ ਤੱਕ ਚਲੀਆਂ ਗਈਆਂ, ਤੇ ਜੀਭ ਕੱਟੇ ਤੇ ਤੁਸੀਂ ਚੀਕਾਂ ਵੀ ਮਾਰਦੇ ਹੋ ਤਾਂ ਗਲ ਵੱਢਣ ਤੱਕ ਚਲੀਆਂ ਗਈਆਂ। ਮਤਲਬ ਇਹ ਸਿਧਾਂਤ ਤੇ ਜਦੋਂ ਸਰਕਾਰਾਂ ਕੰਮ ਕਰਨੀਆਂ, ਸਰਕਾਰਾਂ ਲੋਕਾਂ ਲਈ ਹੁੰਦੀਆਂ ਨੇ, ਨਾ ਕਿ ਚੰਦ ਘਰਾਣਿਆਂ ਲਈ। ਪੰਜਾਬ ਦਾ ਕਿਸਾਨੀ ਸੰਘਰਸ਼, ਬਤੌਰ ਪੱਤਰਕਾਰ ਤੁਸੀਂ ਇਸ ਨੂੰ ਕਿਵੇਂ ਜਾਂਚ ਰਹੇ ਹੋ, ਕਿਵੇਂ ਵੇਖ ਰਹੇ ਹੋ? ਪੰਜਾਬ ਦਾ ਕਿਸਾਨੀ ਸੰਘਰਸ਼ ਵੈਸੇ ਤਾਂ ਇੱਕ ਟੇਕ ਤਾਂ 26-27 ਤੇ ਉਹ ਇੱਕ ਪੜਾਅ ਹੈ, ਉਹ ਇੱਕ ਪੜਾਅ ਹੈ। 26-27 ਦਾ ਪੜਾਅ ਜਿਹੜਾ ਉਹ ਬੜਾ ਮਹੱਤਵਪੂਰਨ ਹੋਣ ਵਾਲਾ ਹੈ ਕਿਉਂਕਿ ਜਥੇਬੰਦੀਆਂ ਪੂਰੀ ਤਿਆਰੀ ਦੇ ਵਿੱਚ ਨੇ ਉਧਰੋਂ। ਪਰ ਦੂਸਰੀ ਗੱਲ ਇਹ ਆ ਵੀ ਉਧਰੋਂ ਵੀ ਅੜੀਅਲ ਰਵੱਈਆ, ਪੂਰੇ ਦਾ ਪੂਰਾ ਕੇਂਦਰ ਦਾ ਅੜੀਅਲ ਰਵੱਈਆ। ਇਸ ਦੇ ਵਿੱਚ ਪੱਤਰਕਾਰਤਾ ਕਿੰਨੀ ਕੁ ਹੋਈ ਹੈ? ਖੇਤਰੀ ਪੱਤਰਕਾਰੀ ਦੀ ਵੀ ਗੱਲ ਕਰਾਂਗੇ, ਪਰ ਰਾਸ਼ਟਰੀ ਪੱਧਰ ਦੀ ਪੱਤਰਕਾਰੀ ਦਾ ਕੀ ਰੂਪ ਸਰੂਪ ਰਿਹਾ ਪੰਜਾਬ ਦੇ ਸਾਰੇ ਅੰਦੋਲਨ ਨੂੰ ਲੈ ਕੇ? ਤੇ ਨਾਲ ਹੀ ਨਾਲ ਆਪਾਂ, ਕਿਉਂਕਿ ਇੱਕ ਸਵਾਲ ਇਹ ਹੋ ਗਿਆ, ਦੂਸਰਾ ਸਵਾਲ ਇਹ ਕਿ ਕਿਵੇਂ ਦੇਖਦੇ ਹੋ ਬਤੌਰ ਪੰਜਾਬੀ, ਬਤੌਰ ਜਾਗਰੂਕ ਨਾਗਰਿਕ, ਕਿ ਇਹ ਅੰਦੋਲਨ ਕਿਸ ਸਿੱਟੇ ਜਾ ਕੇ ਬੈਠੂਗਾ? ਹਾਲਾਂਕਿ ਭਵਿੱਖ ਦੇ ਗਰਭ ਚੋਂ ਕੀ ਨਿਕਲਣਾ ਉਹ ਪਤਾ ਨਹੀਂ ਹੁੰਦਾ, ਪਰ ਫਿਰ ਵੀ ਕੁਝ ਕਿਆਸ ਹਰਾਈਆਂ ਹੁੰਦੀਆਂ ਨੇ। ਦੇਖੋ, ਪਹਿਲੀ ਗੱਲ ਤਾਂ ਜਿੱਥੋਂ ਤੱਕ ਤਾਂ ਪੱਤਰਕਾਰਤਾ ਦੀ ਹੈ, ਮੈਨੂੰ ਲੱਗਦਾ ਕਿ ਪੰਜਾਬ ਦਾ ਮੀਡੀਆ ਇੰਨਾ ਖੁੱਲ੍ਹ ਕੇ ਜੇਕਰ ਕਿਸੇ
ਮਸਲੇ ਤੇ ਖੜਾ ਹੋਇਆ ਤਾਂ ਉਹ ਇਹ ਕਿਸਾਨੀ ਅੰਦੋਲਨ ਤੇ। ਇਸ ਤੋਂ ਪਹਿਲਾਂ ਵੀ ਪੰਜਾਬ 'ਚ ਕਿੰਨੀਆਂ ਲਹਿਰਾਂ ਆਈਆਂ, ਸ਼ਾਇਦ ਉਸ ਸਮੇਂ ਇੰਨਾ ਪੱਤਰਕਾਰ ਦਾ ਦੌਰ ਨਹੀਂ ਸੀਗਾ, ਜਾਂ ਅਸੀਂ ਕਹਿ ਲਈਏ ਕਿ ਇੰਨੇ ਚੈਨਲ ਨਹੀਂ ਸੀਗੇ, ਸ਼ਾਇਦ ਤਾਂ ਨਹੀਂ ਨਜ਼ਰ ਆਉਂਦਾ ਸੀ। ਪਰ ਸਮੇਂ-ਸਮੇਂ ਦੀਆਂ ਅਖਬਾਰਾਂ ਦੇ ਵਿੱਚ ਲਹਿਰਾਂ ਲਈ ਸੰਪਾਦਕੀ ਪੰਨੇ ਕੰਮ ਆਉਂਦੇ ਰਹੇ, ਲੇਖ ਕੰਮ ਆਉਂਦੇ ਰਹੇ, ਟਿੱਪਣੀਆਂ ਕੰਮ ਆਉਂਦੀਆਂ ਰਹੀਆਂ, ਪਰ ਉਹਦੇ ਵਿੱਚ ਕਿਤੇ ਖਬਰਾਂ ਦੀ ਖੜੋਤ ਰਹਿੰਦੀ ਸੀ। ਪਰ ਇਸ ਵਾਰ ਖਬਰਾਂ ਨੂੰ ਵੀ ਥਾਂ ਮਿਲ ਰਹੀ ਆ, ਲੇਖਕਾਂ ਦੇ ਕਾਲਮ ਨੂੰ ਵੀ ਥਾਂ ਮਿਲ ਰਹੀ ਆ, ਆਰਟੀਕਲਸ ਵੀ ਦੇਖਣ ਨੂੰ ਮਿਲ ਰਹੇ ਨੇ, ਤੇ ਲਗਭਗ ਸਾਰੇ ਚੈਨਲਾਂ ਉੱਤੇ, ਪੰਜਾਬ ਦੇ ਖੇਤਰੀ ਚੈਨਲਾਂ ਉੱਤੇ ਪੰਜਾਬ ਦੇ ਕਿਸਾਨ ਅੰਦੋਲਨ ਦੇ, ਜਿਵੇਂ ਆਪਾਂ ਗੱਲ ਕੀਤੀ, ਪੱਖ ਲੈ ਕੇ ਚੱਲ ਰਹੇ ਨੇ, ਕਿਸਾਨ ਪੱਖ ਲੈ ਕੇ ਚੱਲ ਰਹੇ ਨੇ ਚੈਨਲ, ਕਿ ਹਾਂ ਇਹਦੀ ਲੋੜ ਹੈ। ਪਰ ਜਿੱਥੋਂ ਤੱਕ ਗੱਲ ਹੈਗੀ ਨੈਸ਼ਨਲ ਮੀਡੀਆ, ਤੁਸੀਂ ਦੇਖ ਲਓ ਨਾ, ਉੱਥੇ ਤਾਂ ਫਿਰ ਸੁਸ਼ਾਂਤ ਤੇ ਚੱਲਦਾ ਹੈ, ਉੱਥੇ ਤਾਂ ਕਿਸੇ ਦਾ ਕਲਾਕਾਰ ਦਾ ਵਿਆਹ ਚੱਲਦਾ ਹੈ, ਕੋਹਲੀ ਦੀ ਬੈਟਿੰਗ ਇਹ ਚੱਲਦੀ ਹੈ। ਸੋ ਜਿਹੜੇ ਉਹ ਦਿਖਾ ਰਹੇ, ਉੱਥੇ ਕਿਸੇ ਕਿਸਾਨ ਅੰਦੋਲਨ ਦੀ ਗੱਲ ਵੀ ਨਹੀਂ ਆਈ। ਅੱਜ ਤੱਕ ਕਿਸੇ ਨੈਸ਼ਨਲ ਟੀਵੀ ਤੇ ਖਬਰ ਦਿਖਾਓ ਕਿ ਆਈ ਹੋਵੇ, ਉਹ ਦਿਖਾਉਣਾ ਨਹੀਂ ਚਾਹੁੰਦੇ। ਉਹ ਮੋਦੀ ਦਾ ਬਿਆਨ ਦਿਖਾਉਂਦੇ ਨੇ ਕਿ ਹਾਂ ਬਿੱਲ ਲਾਗੂ ਹੀ ਰਹਿਣਗੇ, ਬਿੱਲਾਂ ਤੋਂ ਪਿੱਛੇ ਨਹੀਂ ਹਟਾਂਗੇ, ਉਹ ਇਹੀ ਕੁਝ ਦਿਖਾਉਂਦੇ ਨੇ। ਇਹ ਨਹੀਂ ਦਿਖਾਉਂਦੇ ਕਿ ਕਿਸਾਨਾਂ ਦੀ ਸਮੱਸਿਆਵਾਂ ਕੀ ਨੇ, ਕਿਸਾਨ ਕਿਹੜੇ ਮੁਸ਼ਕਲ 'ਚੋਂ ਲੰਘ ਰਹੇ ਨੇ। ਇਸ ਲਈ ਇਸ ਮੌਕੇ ਖੇਤਰੀ ਮੀਡੀਆ ਨੇ ਭੂਮਿਕਾ ਬਹੁਤ ਬਖੂਬੀ ਨਿਭਾਈ ਹੈ। ਜਿੱਥੋਂ ਤੱਕ ਮਸਲਾ ਹੈ ਜੀ ਇਸ ਨੂੰ ਪੰਜਾਬ ਦੇ ਕਿਸਾਨ ਅੰਦੋਲਨ ਦਾ, ਮੈਂ ਇਹਦੇ ਵਿੱਚ ਜਿੱਦਣ ਦਾ 45-46 ਦਿਨਾਂ ਤੋਂ ਅੰਦੋਲਨ ਚੱਲ ਰਿਹਾ, ਲਗਭਗ ਬਰਾਬਰ ਨਾਲ ਤੁਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਘੱਟੋ ਘੱਟ ਪੱਤਰਕਾਰੀ ਦੇ ਨਾਤੇ ਵੀ ਤੇ ਪੰਜਾਬੀ ਹੋਣ ਦੇ ਨਾਤੇ ਵੀ ਸਾਡਾ ਫਰਜ਼ ਬਣਦਾ ਕਿ ਇਸ ਅੰਨਦਾਤੇ ਦਾ, ਧਰਤੀ ਪੁੱਤਰ ਦਾ ਸਾਥ ਦਈਏ। ਕਿਉਂਕਿ ਸਾਡੇ ਘਰੇ ਵੀ ਚੁੱਲ੍ਹਾ ਮੰਗਦਾ, ਅਸੀਂ ਵੀ ਰੋਟੀ ਖਾਂਦੇ ਹਾਂ, ਸਾਡੇ ਘਰੇ ਵੀ ਆਟਾ ਗੁੰਨ ਹੁੰਦਾ, ਉਹ ਇਸੇ ਖੇਤ 'ਚੋਂ ਆਉਂਦਾ, ਤੇ ਅਸੀਂ ਜੇਕਰ ਜੀਉਣ ਜੋਗੇ ਹੋਏ ਹਾਂ ਤਾਂ ਇਸੇ ਧਰਤੀ ਦੀ ਰੋਟੀ ਖਾ ਕੇ ਜੀਉਣ ਜੋਗੇ ਹਾਂ। ਸੋ ਇਸ ਲਈ ਅੱਜ ਮੈਂ ਜਿੰਨਾ ਕਿ ਇਹ ਸਾਰੇ ਬਿੱਲਾਂ ਦੇ ਹਵਾਲੇ ਨਾਲ ਪੜ੍ਹਿਆ, ਭਰਾ ਮੇਰੇ, ਮੈਨੂੰ ਮਹਿਸੂਸ ਹੋਇਆ ਕਿ ਕਿਸਾਨਾਂ ਲਈ ਘੱਟ ਖਤਰਨਾਕ, ਮੇਰੇ ਵਰਗੇ ਲਈ ਜਿਹਨੇ ਖਰੀਦ ਕੇ ਖਾਣਾ ਉਹਦੇ ਲਈ ਵੱਧ ਖਤਰਨਾਕ ਹੈ। ਇਹ ਪਤਾ ਨਹੀਂ ਸਾਡੇ ਲੋਕ ਨਹੀਂ ਸਮਝਾ ਪਾਏ, ਪਤਾ ਨਹੀਂ ਕਿਸਾਨ ਜਥੇਬੰਦੀਆਂ ਨੇ ਜੇ ਲੋਕਾਂ ਨੂੰ ਸਮਝਾ ਪਾਈਆਂ, ਜਾਂ ਲੋਕਾਂ ਦੇ ਅੱਖਾਂ ਕੰਨ ਤੇ ਨੱਕ ਇੰਨੇ ਬੰਦ ਨੇ ਕਿ ਉਹਨਾਂ ਨੂੰ ਹਕੀਕਤ ਸਮਝ ਨਹੀਂ ਆ ਰਹੀ। ਇਸ ਲਈ ਸਭ ਤੋਂ ਬੜੀ ਜੇਕਰ ਇਹਦੇ ਪਰ ਮਾਰ ਪੈਣੀ ਹੈ ਤਾਂ ਉਹਨਾਂ ਲੋਕਾਂ ਦੇ ਪੈਣੀ ਹੈ ਜਿਹੜੇ ਬਾਜ਼ਾਰ 'ਚੋਂ ਆਟਾ ਖਰੀਦ ਕੇ ਖਾਂਦੇ ਨੇ, ਜਿਹੜੇ ਫਲ ਖਰੀਦ ਕੇ। ਹੁਣ ਇਹਦੀ ਸਿੰਪਲ ਜਿਹੀ ਉਦਾਹਰਨ ਹੈ, ਇਸ ਸਮੇਂ ਪੰਜਾਬ ਦੇ ਵਿੱਚ ਇੱਕ ਬੈਲਟ ਹੈ ਜਿੱਥੇ ਕਿੰਨੂ ਬਹੁਤ ਹੁੰਦਾ, 1 ਰੁਪਈਏ 2 ਰੁਪਈਏ ਦਾ ਕਿੰਨੂ ਖਰੀਦਦੀਆਂ ਨੇ ਉਹ ਸਾਤੋਂ ਕੰਪਨੀਆਂ, ਤੇ 120 ਰੁਪਏ ਦਾ ਡੱਬੇ 'ਚ ਪਾ ਕੇ ਸਾਨੂੰ ਵੇਚਦੀਆਂ ਨੇ, ਖਰੀਦ ਰਹੇ ਹਾਂ ਅਸੀਂ। ਇਸ ਸਮੇਂ ਕਦੇ ਵੀ ਪਿਛਲੇ ਇਤਿਹਾਸ 'ਚ ਚੱਕ ਕੇ ਦੇਖ ਲਓ ਕਿ ਕਦੇ ਕਿਸਾਨ ਤੋਂ 10 ਰੁਪਏ ਤੋਂ ਕਿਲੋ ਤੋਂ ਉੱਪਰ ਆਲੂ ਵੀ ਲਿਆ ਹੋਵੇ। ਸੁੱਟਣਾ ਪਿਆ, ਕਿੰਨੀ ਵਾਰੀ ਸੁੱਟਿਆ ਜੀ। ਤੇ ਜੇ ਅੱਜ 50 ਰੁਪਏ ਕਿਲੋ ਆਲੂ ਵਿਕ ਰਿਹਾ, ਕਿਹਦਾ ਵਿਕ ਰਿਹਾ? ਕਿਸਾਨ ਦਾ ਨਹੀਂ ਵਿਕ ਰਿਹਾ, ਕਾਰਪੋਰੇਟ ਘਰਾਣੇ ਦਾ ਵਿਕ ਰਿਹਾ। ਤੇ 7 ਰੁਪਏ 2 ਰੁਪਏ ਦਾ ਆਲੂ ਲੈ ਕੇ 35 ਰੁਪਏ ਦੇ ਚਿਪਸ ਦਾ ਪੈਕਟ ਬਣਾ ਕੇ ਸਾਡੇ ਜਵਾਕਾਂ ਨੂੰ ਵੇਚਦੇ ਨੇ। ਉਸ ਤੋਂ ਵੀ ਅੱਗੇ ਆ ਜਾਓ, ਹਾਲ ਹੀ ਦੇ ਵਿੱਚ ਇਸ ਵਾਰ ਮੱਕੀ 650 ਰੁਪਏ ਕੁਇੰਟਲ ਵਿਕੀ, ਰੇਟ ਚਾਹੇ ਉਹਦਾ 1600 ਸੀ, 1800 ਸੀ, ਮੰਡੀ ਦੇ ਵਿੱਚ 650 ਰੁਪਏ ਨੂੰ ਮੱਕੀ ਚੱਕੀ ਗਈ। 650 ਦਾ ਮਤਲਬ 6 ਰੁਪਏ 50 ਪੈਸੇ ਕਿਲੋ। ਆ ਚਲੋ ਰਿਲਾਇੰਸ ਤੇ ਮੈਂ ਤੁਹਾਨੂੰ ਮੌਲ ਲੈ ਕੇ ਚੱਲਦਾ, 65 ਰੁਪਏ ਦੀ ਛੱਲੀ ਰਿਲਾਇੰਸ ਦੇ ਲਿਫਾਫੇ 'ਚ ਪੈ ਕੇ ਬਣ ਜਾਂਦੀ ਹੈ। ਕਮਾਲ ਹੈ, ਰਿਲਾਇੰਸ ਦੇ ਲਿਫਾਫੇ 'ਚ ਇਹੋ ਜਿਹਾ ਕਿਹੜਾ ਜਾਦੂ ਹੈ ਕਿ ਉਹ ਰੁਪਈਏ ਵਾਲੀ ਛੱਲੀ 'ਚ ਪੈਂਦੀ 65 ਰੁਪਏ ਦੀ 70 ਰੁਪਏ ਦੀ ਹੋ ਜਾਂਦੀ ਹੈ। ਇਹ ਕਿਹਨੂੰ ਫਾਇਦਾ ਹੋ ਰਿਹਾ? ਇਸ ਲਈ ਨਾ ਤਾਂ ਕਿਸਾਨ ਤੋਂ ਸਸਤੀ ਲੈਣੀ ਹੈ, ਉਹਨੂੰ ਘਾਟਾ, ਸਾਡੇ ਵਰਗਿਆਂ ਨੂੰ ਜਿਨ੍ਹਾਂ ਨੇ ਬਾਜ਼ਾਰ ਤੋਂ ਖਰੀਦ ਕੇ ਖਾਣੀ ਉਹਨਾਂ ਨੂੰ ਮਹਿੰਗੀ ਮਿਲਣੀ ਹੈ, ਸਾਡੀ ਲੁੱਟ। ਸੋ ਇਹ ਬਿੱਲ ਇਸ ਢੰਗ ਨਾਲ ਦੋਨੇ ਪੱਖੋਂ ਖਤਰਨਾਕ ਨੇ। ਪਰ ਇੱਥੇ ਅਜੇ ਵੀ ਪੰਜਾਬ ਦਾ ਵਪਾਰੀ, ਪੰਜਾਬ ਦਾ ਆਮ ਵਰਗ, ਪੰਜਾਬ ਦਾ ਸ਼ਹਿਰੀ ਵਰਗ, ਪੰਜਾਬ ਦੀਆਂ ਧਿਰਾਂ, ਖਾਸ ਕਰ ਜਿਹੜੀਆਂ ਖੇਤੀ 'ਚੋਂ ਹੀ ਨਿਕਲ ਕੇ ਆਈਆਂ ਪੇਂਡੂ ਧਿਰਾਂ, ਜਿਹੜੀਆਂ ਸ਼ਹਿਰ ਆ ਬਸੀਆਂ, ਜਿਹਨਾਂ ਨੂੰ ਲੱਗਦਾ ਕਿ ਹੁਣ ਆਪਾਂ ਕਿਹੜਾ ਜ਼ਮੀਨ ਦੀ ਖੇਤੀ ਕਰਦੇ ਹਾਂ, ਕੋਈ ਨਾ ਹਾਲਾ ਬਟਾਈ ਉਹ ਠੇਕਾ ਹੀ ਹੈ, ਇਹਨੂੰ ਨਹੀਂ ਦਿੱਤੀ ਕੰਪਨੀ ਨੂੰ ਦੇ ਦਾਂਗੇ। ਜਿਹੜੇ ਇਹ ਭੁਲੇਖੇ 'ਚ ਨੇ ਉਹ ਇਹ ਭੁੱਲ ਜਾਣ ਕਿ ਫਿਰ ਤੁਹਾਨੂੰ ਦਾਣੇ ਲਈ, ਕਿਉਂਕਿ ਜਿਹੜਾ ਕਿਸਾਨ ਖੇਤੀ ਕਰੇਗਾ ਕੰਟਰੈਕਟ ਤੇ ਵੀ ਕਰੇਗਾ, ਉਹ ਆਪਣੇ ਘਰੇ ਇੱਕ ਮੂਲੀ, ਇੱਕ ਗਾਜਰ, ਇੱਕ ਛੱਲੀ, ਇੱਕ ਟਮਾਟਰ, ਇੱਕ ਭਿੰਡੀ ਵੀ ਨਹੀਂ ਘਰੇ ਲਿਜਾ ਸਕਦਾ। ਉਹ ਕੰਪਨੀ ਖਰੀਦੇਗੀ, ਫਿਰ ਅਸੀਂ ਖਰੀਦਣ ਲੈਣ ਤੋਂ ਰਾਸ਼ਨ ਕਾਰਡ ਮੰਗ ਲੈ ਕੇ ਜਾਵਾਂਗੇ ਕਿ ਭਾਈ ਡੀਪੂ ਤੋਂ ਖਰੀਦਣ ਚੱਲੇ ਹਾਂ, ਰਿਲਾਇੰਸ ਦਾ ਡੀਪੂ ਖੁੱਲ੍ਹ ਗਿਆ, ਉੱਥੋਂ ਲੈਣ ਜਾਣਾ। ਸੋ ਇਸ ਲਈ ਇਹ ਦੋਹਰੀ ਲੁੱਟ ਆ। ਪਰ ਇਸ ਸਮੇਂ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਨੂੰ ਮੈਨੂੰ ਲੱਗਦਾ ਆਪਣਾ ਦਾਇਰਾ ਵਿਸ਼ਾਲ ਕਰਨਾ ਪੈਣਾ, ਉਹਨਾਂ ਨੂੰ ਵੀ ਇਸ ਭੂਮਿਕਾ 'ਚ ਆਉਣਾ ਪੈਣਾ ਕਿ ਅਸੀਂ ਸਾਰਿਆਂ ਲਈ ਥਾਂ ਲੈ ਕੇ ਚੱਲੀਏ, ਲੋਕਾਂ ਨੂੰ ਅਵੇਅਰ ਕਰੀਏ। ਕਿਉਂਕਿ ਲੋਕ ਇਹ ਮੰਨ ਕੇ ਚੱਲਣ ਲੱਗੇ ਕਿ ਕਿਸਾਨ ਅੰਦੋਲਨ ਹੈ। ਇਹ ਕਿਸਾਨ ਅੰਦੋਲਨ ਨਹੀਂ, ਇਹ ਜਨ ਅੰਦੋਲਨ ਹੈ। ਇਹ ਪਿੰਡਾਂ ਦੇ, ਕਸਬਿਆਂ ਦੇ, ਇਹ ਖਾਸ ਕਰਕੇ ਸੂਬਿਆਂ ਦੇ ਅਧਿਕਾਰ ਖੋਹਣ ਦੀ ਲੜਾਈ ਹੈ। ਇਸ ਲਈ ਲੜਾਈ ਕੇਂਦਰੀਕਰਨ ਤੋਂ ਮੁੜ ਕੇ ਸਾਨੂੰ ਸੂਬਿਆਂ ਨੂੰ ਅਧਿਕਾਰ ਦੇਣ ਦਾ। ਕਿਉਂਕਿ ਤੁਸੀਂ ਦੇਖੋ, ਇਹ ਤੋਂ ਵੱਧ ਹੋਰ ਨਾਕਾਬੰਦੀ ਕੀ ਹੋਊਗੀ ਕਿ ਤੁਸੀਂ ਪੰਜਾਬ ਦਾ 1000 ਕਰੋੜ ਤੋਂ ਵੱਧ ਸਾਡਾ ਪੇਂਡੂ ਵਿਕਾਸ ਫੰਡ ਰੋਕ ਲਿਆ। ਉਹਦਾ ਮਤਲਬ ਸਿੱਧਾ ਪਿੰਡਾਂ ਦੀਆਂ ਮੰਡੀਆਂ ਖਤਮ ਦਾ ਮਤਲਬ ਆੜਤੀ ਖਤਮ, ਮਤਲਬ ਉਹਦਾ ਕਿਸਾਨ ਦਾ ਬਾਜ਼ਾਰ ਦਾ ਪੱਕਾ ਖਤਮ, ਉਹਦੇ ਵਿੱਚ ਤੁਹਾਡਾ ਝਾੜਨਾ ਲਾਉਣ ਵਾਲਾ ਖਤਮ, ਉਹਦੇ ਵਿੱਚ ਪੱਲੇਦਾਰ ਖਤਮ, ਉਹਦੇ ਵਿੱਚ ਝਾੜੂ ਮਾਰ ਕੇ ਜਿਹੜਾ ਝਾੜ ਕੇ ਵਿਚਾਰੇ ਘਰੇ ਲੈ ਕੇ ਆਉਂਦੇ ਉਹ ਖਤਮ। ਫਿਰ ਉਸ ਤੋਂ ਵੀ ਅੱਗੇ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਖਤਮ, ਉਹਦੇ ਨਾਲ ਬਣਨੀਆਂ ਨੇ, ਪਿੰਡਾਂ ਦਾ ਵਿਕਾਸ ਖਤਮ। ਇਹਦਾ ਮਤਲਬ ਤੁਸੀਂ ਪਿੰਡ ਮਾਰਨੇ ਨੇ। ਫਿਰ ਉਸ ਤੋਂ ਬਾਅਦ ਆ ਜਾਓ ਤੁਸੀਂ ਸਿੱਖਿਆ ਨੀਤੀ ਦੇ ਵਿੱਚ ਇਹਨਾਂ ਨੇ ਸਿੱਧਾ ਕਰਤਾ ਕਿ ਜਿੱਥੇ 3000 ਤੋਂ ਘੱਟ ਹੈ ਬੱਚਾ ਸਕੂਲ ਕਾਲਜ, ਉਹ ਬੰਦ ਕਰ ਦਿਓ। ਇਹਦਾ ਮਤਲਬ ਪੇਂਡੂ ਪੜ੍ਹਾਈ ਖਤਮ। ਪਿੰਡਾਂ, ਜਦੋਂ ਕਿ ਪਾਲਿਸੀ ਪਿੰਡਾਂ ਔਰ ਸ਼ਹਿਰਾਂ ਦੀ ਵੱਖਰੀ ਬਣਦੀ ਹੁੰਦੀ ਆ। ਸੋ ਇਸ ਲਈ ਇਸ ਇੱਕੋ ਪਲੜੇ ਤੋਲੋਗੇ ਸਾਰੇ ਦੇਸ਼ ਨੂੰ, ਫਿਰ ਇੱਕ ਦੇਸ਼ ਇੱਕ ਭਾਸ਼ਾ, ਇੱਕ ਦੇਸ਼ ਇੱਕ ਟੈਕਸ, ਇੱਕ ਦੇਸ਼ ਇੱਕ ਮੰਡੀ ਹੈ, ਇੱਦਾਂ ਕਿਵੇਂ ਚੱਲੇਗਾ? ਤੁਸੀਂ ਹੁਣ ਸੋਚਦੇ ਹੋ ਕਿ ਇੱਕ ਦੇਸ਼ ਇੱਕ ਪਾਰਟੀ। ਸੋ ਇਸ ਲਈ ਸਾਰੇ ਦੇਸ਼ ਨੂੰ ਇੱਕ ਰੱਸੇ ਨਾਲ ਬੰਨ੍ਹਣ ਦੀ ਕੋਸ਼ਿਸ਼ ਹੈ। ਇਸ ਸਾਜ਼ਿਸ਼ ਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹਨਾਂ ਨੇ ਬਿਹਾਰ ਜਿਵੇਂ ਜਿੱਤਿਆ, ਉਹਨਾਂ ਨੂੰ ਲੱਗਦਾ ਕਿ ਇਸੇ ਤਰ੍ਹਾਂ ਅਸੀਂ
ਬੰਗਾਲ ਪੱਛਮੀ ਬੰਗਾਲ ਤਿਆਰੀ ਜਿੱਤਾਂਗੇ ਹੈ, ਹਾਂ। ਤੇ ਉਹ ਤੋਂ ਬਾਅਦ ਉਹਨਾਂ ਨੂੰ ਪੰਜਾਬ ਤੇ ਆਖਾ। ਇਸ ਲਈ ਪੰਜਾਬ ਦੇ ਲੋਕਾਂ ਨੂੰ ਸਮਝਣਾ ਪੈਣਾ ਕਿ ਕੱਲ੍ਹ ਨੂੰ ਇਹ ਮੈਨੂੰ ਹਿੰਦੂ 'ਚ ਵੀ ਵੰਡਣਗੇ, ਕੱਲ੍ਹ ਨੂੰ ਮੈਨੂੰ ਸਿੱਖ 'ਚ ਵੀ ਵੰਡਣਗੇ, ਕੱਲ੍ਹ ਨੂੰ ਮੇਰੇ ਤੇ ਦਲ ਦਾ ਟੈਗ ਵੀ ਲਾਉਣਗੇ ਤੇ ਇਹਨਾਂ ਨੇ ਮੁੜ ਕੇ ਫਿਰ ਵੋਟਾਂ ਬਟੋਰਨੀਆਂ ਨੇ। ਇਸ ਲਈ ਜੇਕਰ ਅਸੀਂ ਪੰਜਾਬੀ ਬਣ ਕੇ ਨਾ ਲੜੇ, ਜੇਕਰ ਅਸੀਂ ਦੇਸ਼ ਦੇ ਨਾਗਰਿਕ ਬਣ ਕੇ ਨਾ ਲੜੇ, ਇਸ ਲਈ ਇਹ ਆ ਰਾਸ਼ਟਰਵਾਦ, ਇਹ ਆ ਰਾਸ਼ਟਰ ਭਗਤੀ ਕਿ ਤੁਸੀਂ ਆਪਣੇ ਸੂਬੇ ਦੇ, ਆਪਣੇ ਦੇਸ਼ ਦੇ ਹੋ ਕੇ ਲੜੋ, ਨਾ ਕਿ ਕਿਸੇ ਪਾਰਟੀ ਦੇ ਨੁਮਾਇੰਦੇ ਹੋ ਕੇ ਲੜੋ। ਸੋ ਇਸ ਲਈ ਲੋਕਾਂ ਨੂੰ ਜਿਹੜਾ ਇੱਕ ਕਮਲ ਦੀ ਖੁਸ਼ਬੂ ਦਬਾ ਕੇ ਲੋਕਾਂ ਨੂੰ ਚਿੱਕੜ 'ਚ ਤਾਰਨਾ ਚਾਹੁੰਦੇ ਨੇ, ਉੱਥੇ ਲੋਕਾਂ ਨੂੰ ਜਾਗਣਾ ਪੈਣਾ। ਮੈਂ ਵੈਸੇ ਤਾਂ ਖਤਮ ਕਰਨਾ ਸੀ, ਪਰ ਗੱਲਾਂ 'ਚੋਂ ਗੱਲ ਨਿਕਲੇ ਜਦੋਂ ਆਪਾਂ ਸ਼ਹਿਰੀ ਤਬਕੇ ਦੀ ਗੱਲ ਕੀਤੀ ਹੈ ਕਿ ਕਿਸਾਨ ਵੀ ਸਮਝਾ ਨਹੀਂ ਪਾਏ, ਕਿਸਾਨਾਂ ਨੂੰ ਵੀ ਦਾਇਰਾ ਵਿਸ਼ਾਲ ਕਰਨਾ ਪੈਣਾ। ਆਪਣੀ ਪਹੁੰਚ ਤੇ ਸੋਚ ਉਹਨਾਂ ਤੱਕ ਪਹੁੰਚਾਉਣੀ ਪਊਗੀ ਕਿ ਅਸਲ 'ਚ ਕੱਲਾ ਨੁਕਸਾਨ ਕਿਸਾਨ ਦਾ ਨਹੀਂ ਜਾਂ ਮਜ਼ਦੂਰ ਦਾ ਨਹੀਂ, ਸਾਰੇ ਤਬਕਿਆਂ ਦਾ, ਖਾਸ ਤੌਰ ਤੇ ਸਾਡਾ ਹੈ ਨਾ, ਜਿਹੜੇ ਖਰੀਦਦਾਰ ਬਣਦੇ ਆ। ਹੁਣ ਜਦੋਂ 26/27 ਨੂੰ ਅੰਦੋਲਨ ਹੋਣਾ, ਆਪਣੀ ਇੱਕ ਸਾਰਿਆਂ ਦੀ ਇੱਕ ਇਤਿਹਾਸਕ ਉਹ ਰਹੀ ਹੈ, ਅੰਦੋਲਨ ਖਰਾਬ ਵੀ ਕੀਤੇ ਜਾਂਦੇ ਆ, ਤਾਰਪੀਡੋ ਵੀ ਹੁੰਦੇ ਆ, ਏਜੰਸੀਆਂ ਵੀ ਕੰਮ ਕਰਦੀਆਂ, ਸਰਕਾਰਾਂ ਵੀ ਕੰਮ ਕਰਦੀਆਂ, ਏਜੰਸੀਆਂ ਦਾ ਤਾਂ ਚਲੋ ਕੰਮ ਹੈ। 26/27 ਨੂੰ ਜਦੋਂ ਇੱਕ ਅੜੀਅਲ ਰੁਖ ਅਪਣਾਇਆ ਹੋਇਆ, ਹੁਣ ਕੱਲ ਜਿਹੜੀ ਗੱਲ ਹੋਈ ਹੈ, ਕੱਲ ਕਿਹਾ ਗਿਆ ਕਿ ਭਾਈ ਹਰਿਆਣਾ ਸਾਨੂੰ ਨਾ ਰੋਕੇ, ਲੜਾਈ ਹਰਿਆਣੇ ਨਾਲ ਨਹੀਂ ਹੈ, ਸਰਕਾਰ ਚਾਹੇ ਭਾਜਪਾ ਦੀ ਹੈ, ਅਸੀਂ ਦਿੱਲੀ ਪਹੁੰਚਣਾ। ਜਦੋਂ ਰੋਕਾਂ ਲੱਗ ਗਈਆਂ, ਮੰਨ ਲਓ ਜੇ ਹਰਿਆਣੀ ਰੋਕ ਲਿਆ ਜਾਂ ਦਿੱਲੀ ਦੇ ਬਾਰਡਰ ਤੇ ਰੋਕ ਲਿਆ, ਕੁੰਡਲੀ ਬਾਰਡਰ ਰੋਕ ਲਿਆ ਜਾਂ ਸਾਰੇ ਬਾਰਡਰ ਰੋਕ ਲਏ, ਕੱਲ ਨੂੰ ਆਉਣ ਵਾਲੇ ਸਮੇਂ 'ਚ ਇਹ ਵੀ ਹੋ ਸਕਦਾ ਕਿ ਦਿੱਲੀ ਦੀ ਜਿਹੜੀ ਭਾਜਪਾ ਸਰਕਾਰ ਹੈ, ਕੇਂਦਰ ਦੀ ਭਾਜਪਾ ਸਰਕਾਰ ਹੈ, ਉਹ ਇਹ ਇੱਕ ਨਰੇਟਿਵ ਖੜਾ ਕਰ ਸਕਦੀ ਹੈ ਆਮ ਜਨ ਸਧਾਰਨ ਸ਼ਹਿਰੀ ਦੇ ਮਨ 'ਚ, ਇਹ ਨਰੇਟਿਵ ਖੜਾ ਕਰ ਸਕਦੀ ਹੈ ਕਿਸੇ ਆਟੋ ਵਾਲੇ ਦੇ, ਗੱਡੀ ਵਾਲੇ ਦੇ, ਜਿਹੜਾ ਕੋਈ ਆਫਿਸ 'ਚ ਕੰਮ ਕਰਦਾ, ਵੀ ਆਹ ਪੰਜਾਬ ਵਾਲੇ ਤੁਹਾਡੇ ਖਿਲਾਫ ਨੇ, ਇਹ ਪੰਜਾਬ का किसान है जो आपको दूध नहीं आने दे रहा, जिसके कारण आवाजाही ठप हो रही है, जिसके कारण आप ऑफिस लेट। ਜਦੋਂ ਇਹ ਨਰੇਟਿਵ ਖੜਾ ਕਰਨਗੇ, ਕਿਉਂਕਿ ਨਰੇਟਿਵ ਹੀ ਖੜਾ ਕਰਦੇ ਨੇ, ਇਹਨਾਂ ਕੋਲ ਤੰਤਰ ਹੈਗਾ, ਨਰੇਟਿਵ ਹੀ ਖੜਾ ਕਰਦੇ ਆ, ਇਸੇ ਕਰਕੇ ਉਹ ਮਤਲਬ ਹਰ ਚੀਜ਼ ਨੂੰ ਇਵੈਂਟ ਬਣਾ ਦਿੰਦਾ। ਉਹਨੇ 26/27 ਨੂੰ ਵੀ ਕੋਸ਼ਿਸ਼ ਕਰਨਾ ਆਪਣੇ ਵੱਲੋਂ ਇਵੈਂਟ ਬਣਾਉਣਾ ਸਾਡੇ ਖਿਲਾਫ ਜਾਂ ਪੰਜਾਬ ਦੇ ਲੋਕਾਂ ਦੇ ਖਿਲਾਫ। ਉਦੋਂ ਫਿਰ ਕੀ ਹੋ ਸਕਦਾ, ਜਾਂ ਉਦੋਂ ਦੀ ਸਿਚੁਏਸ਼ਨ ਦੇ ਵਿੱਚੋਂ ਆਪਾਂ ਕਿਵੇਂ ਬਾਹਰ ਨਿਕਲ ਸਕਦੇ ਹਾਂ? ਪਹਿਲੀ ਗੱਲ ਤਾਂ ਤੁਸੀਂ ਹੁਣ ਤੱਕ ਦੀ ਲੜਾਈ ਨੂੰ ਸਮਝੋ, ਇਹਦੇ ਵਿੱਚ ਦੋ ਪਹਿਲੂ ਨੇ। ਪਹਿਲਾ ਪਹਿਲੂ ਤਾਂ ਜਦੋਂ ਕਿਸਾਨ ਅੰਦੋਲਨ ਨੂੰ ਦੇਖਦੇ ਹਾਂ ਤਾਂ ਕਈ ਵਾਰ ਲੋਕਾਂ ਦੇ ਮਨਾਂ 'ਚ ਹੁਣੇ ਜਾਣ ਲੱਗਾ ਕਿ ਯਾਰ ਕੁਛ ਨਹੀਂ ਤਾਂ ਠੰਡਾ ਜਿਹਾ ਪੈ ਗਿਆ, 26/27 ਨੂੰ ਦੇਖਦੇ ਹਾਂ। ਨਹੀਂ, ਜਿਸ ਦਿਨ ਤੋਂ ਅੰਦੋਲਨ ਸ਼ੁਰੂ ਹੋਇਆ ਉਸ ਦਿਨ ਤੋਂ ਹੁਣ ਤੱਕ ਦੇਖੋ ਪੜਾਦਰ ਪੜਾ ਕਿੰਨੀਆਂ ਜਿੱਤਾਂ ਹਾਸਲ ਕੀਤੀਆਂ ਇਸ ਅੰਦੋਲਨ ਨੇ। ਪਹਿਲੀ ਜਿੱਤ ਸੀ ਬੀਬੀ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ, ਦੂਜੀ ਜਿੱਤ ਸੀ ਐਨਡੀਏ ਤੋਂ ਤੋੜ ਵਿਛੋੜਾ, 9 ਮਾਸ ਦਾ ਰਿਸ਼ਤਾ ਟੁੱਟਿਆ, ਤੀਸਰੀ ਜਿੱਤ ਸੀਗੀ ਜਦੋਂ ਪੰਜਾਬ ਵਿਧਾਨ ਸਭਾ ਨੇ ਬਿੱਲ ਖਾਰਜ ਕੀਤੇ, ਚੌਥੀ ਜਿੱਤ ਸੀਗੀ ਜਦੋਂ ਪੰਜਾਬ ਵਿਧਾਨ ਸਭਾ ਨੇ ਇਸ ਮਸਲੇ ਦੇ ਉੱਤੇ ਨਵੇਂ ਬਿੱਲ ਲਿਆਂਦੇ ਤੇ ਕੇਂਦਰੀ ਕਾਨੂੰਨ ਰੱਦ ਕੀਤੇ, ਤੇ ਉਸ ਤੋਂ ਬਾਅਦ ਉਹ ਤੋਂ ਬਾਅਦ ਪੰਜਵੀਂ ਜਿੱਤ ਸੀ ਜਦੋਂ ਮੰਤਰੀ ਇੱਥੇ ਬਾਰ-ਬਾਰ ਗੇੜੇ ਮਾਰਦੇ ਨੇ ਕਿ ਬਾਈ ਜੀ ਪਟੜੀਆਂ ਖੋਲ੍ਹ ਦਿਓ। ਹੁਣ ਉਸ ਤੋਂ ਬਾਅਦ ਕਿਸਾਨਾਂ ਨੇ ਜਿੱਥੇ ਦਰਿਆਦਿਲੀ ਦਿਖਾਈ ਉਹਦੇ ਪਰ ਆ ਜਾਓ। ਇਹ ਤਾਂ ਜਿੱਤਾਂ ਸੀਗੀਆਂ, ਹੁਣ ਬੜੀ ਲੜਾਈ 26/27 ਨੂੰ ਖੜੀ ਆ। ਉਸ ਤੋਂ ਬਾਅਦ ਵੱਡੀ ਜਿੱਤਾਂ ਜੋ ਜਿੱਤ ਇੱਕ ਮੈਂ ਇਹ ਵੀ ਦੇਖਦਾ ਕਿ ਜਿਹੜੀ ਦਿੱਲੀ ਸੁਣਨ ਲਈ ਤਿਆਰ ਨਹੀਂ ਸੀ, ਦਿੱਲੀ ਇਸ ਗੱਲ ਤੇ ਗੱਲ ਕਰਨ ਲਈ ਤਿਆਰ ਨਹੀਂ ਸੀ, ਉਹ ਦਿੱਲੀ ਲਗਾਤਾਰ ਕਿੱਥੋਂ ਗ੍ਰਹਿ ਮੰਤਰੀ ਤੋਂ ਲੈ ਕੇ ਥੱਲੇ ਵਾਲੇ ਮੰਤਰੀ ਤੱਕ, ਸਾਡਾ ਰੇਲਵੇ ਮੰਤਰੀ ਇਸ ਮਸਲੇ ਤੇ ਗੱਲ ਕਰਕੇ ਵੀ ਤਿਆਰ ਨਹੀਂ ਸੀ, ਉਹ ਵੀ ਮੀਟਿੰਗ 'ਚ ਬੈਠਦਾ ਹੈ ਤੋਮਰ ਹੋਰੀ, ਤੇ ਉਸ ਤੋਂ ਬਾਅਦ ਖੇਤੀਬਾੜੀ ਮੰਤਰੀ ਉਹ ਵੀ ਨਾਲ ਬੈਠਦਾ। ਫਿਰ ਉਸੇ ਦਿਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੈਪਟਨ ਅਮਰਿੰਦਰ ਨਾਲ ਫੋਨ ਤੇ ਗੱਲ ਕਰਦਾ। ਇਹਦਾ ਮਤਲਬ ਰਾਜਨਾਥ ਸਿੰਘ ਮੀਟਿੰਗਾਂ ਕਰ ਰਿਹਾ, ਫੋਨ ਕਰ ਰਿਹਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ। ਇਹ ਵੱਖਰੀ ਗੱਲ ਹੈ ਕਿ ਕਿਸਾਨ ਕਈ ਨਹੀਂ ਮੰਨੇ ਕਿ ਸਾਨੂੰ ਫੋਨ ਨਹੀਂ ਆਇਆ, ਫੋਨ ਆਏ। ਸੋ ਇਸ ਲਈ ਕਿਤੇ ਨਾ ਕਿਤੇ ਗ੍ਰਹਿ ਮੰਤਰੀ, ਰੱਖਿਆ ਮੰਤਰੀ, ਰੇਲਵੇ ਮੰਤਰੀ, ਤੁਹਾਡਾ ਖੇਤੀਬਾੜੀ ਮੰਤਰੀ, ਇਹ ਲਗਾਤਾਰ, ਫਿਰ ਸੋਮ ਪ੍ਰਕਾਸ਼ ਪੰਜਾਬ ਵਾਲਾ ਮੰਤਰੀ ਉਹ ਵੀ ਵਿੱਚ ਬੈਠਾ। ਸੋ ਇਹਦਾ ਮਤਲਬ ਸਰਕਾਰ ਗੱਲ ਕਰਨ ਦੇ ਤਾਂ ਆ ਗਈ ਨਾ, ਇਹ ਵੀ ਜਿੱਤਾਂ ਜੋ ਜਿੱਤਾ। ਫਿਰ ਉਸ ਤੋਂ ਬਾਅਦ ਅਗਲਾ ਪੜਾਅ ਜਿਹੜਾ ਹੁਣ ਜਿਹੜੇ ਪੜਾਅ ਦੀ ਤੁਸੀਂ ਗੱਲ ਕਰਦੇ ਹੋ, ਇਸ ਮੌਕੇ ਕਿਸਾਨਾਂ ਨੂੰ ਪਤਾ ਹੈ ਕਿ ਅਸੀਂ ਦਿੱਲੀ ਜਾਵਾਂਗੇ, ਸਾਨੂੰ ਰੋਕਿਆ ਵੀ ਜਾ ਸਕਦਾ, ਸਾਨੂੰ ਟੋਕਿਆ ਵੀ ਜਾ ਸਕਦਾ, ਸਾਨੂੰ ਘਰਾਂ ਤੋਂ ਵੀ ਚੱਕਿਆ ਜਾ ਸਕਦਾ, ਸਾਨੂੰ ਹਰਿਆਣੇ ਦੇ ਵਿੱਚ ਵਾੜ ਕੇ ਵੀ ਘਿਰਿਆ ਜਾ ਸਕਦਾ। ਜ਼ਰੂਰੀ ਨਹੀਂ, ਹੁਣ ਤੱਕ ਜਿਹੜੀਆਂ ਜਥੇਬੰਦੀਆਂ ਗਈਆਂ ਨੇ, ਕੁਝ ਕਦੇ ਆਪ ਵਾਲੇ ਚੱਲ ਗਏ, ਕਦੇ ਬੈਂਸ ਭਰਾ ਚੱਲ ਗਏ, ਕਦੇ ਕਾਂਗਰਸੀ ਵੀ ਗਏ ਸੀ, ਉਹ ਚਿੱਟੇ ਕੁੜਤੇ ਪਜਾਮੇ ਪਾ ਕੇ ਗਏ ਸੀ, ਕੋਈ ਝੋਲਾ ਲੈ ਕੇ ਨਹੀਂ ਗਿਆ ਸੀ ਨਾਲ, ਕਿ ਹਾਂ ਕੋਈ ਟੁੱਥ ਪੇਸਟ ਜਾਂ ਉਹਦੇ ਜੇਬ 'ਚ ਪਰਨਾ ਨਹੀਂ ਸੀ, ਕੱਛਾ ਬਣਾਇਆ ਨਹੀਂ ਸੀ ਕਿ ਸਾਨੂੰ ਰੱਖਣਗੇ, ਇਸ ਲਈ ਉਹ ਫੋਟੋਆਂ ਖਿਚਾਉਣ ਗਏ ਸੀ। ਪਰ ਇਹ ਪਤਾ ਹੈ ਕਿ ਕਿਸਾਨਾਂ ਨੇ ਟਰੈਲੀ ਦੇ ਵਿੱਚ ਤੰਬੂ ਵੀ ਲੱਦਣਾ, ਸਿਲੰਡਰ ਵੀ ਰੱਖਣਾ, ਚੁੱਲ੍ਹਾ ਵੀ ਰੱਖਣਾ, ਆਟਾ ਦਾਲ ਵੀ ਰੱਖਣਾ, ਰੋਟੀਆਂ ਦਾ ਸਮਾਨ ਵੀ ਲੈ ਕੇ ਜਾਣਗੇ। ਪੰਜਾਬ ਦੀਆਂ ਹਜ਼ਾਰਾਂ ਬੀਬੀਆਂ ਜਵਾਕ ਝੋਲਿਆਂ 'ਚ ਕੱਪੜੇ ਪਾ ਕੇ ਬੈਠੇ ਨੇ ਕਿ ਦਿੱਲੀ ਸਿਆਪਾ ਕਰਨ ਚੱਲੇ ਆ ਸਰਕਾਰ ਦਾ। ਸੋ ਇਸ ਲਈ ਇਹ ਉਹਨੂੰ ਪਤਾ ਹੈ ਕਿ ਐਕਟੀ ਦਿੱਲੀ ਘੇਰਨ ਆਉਣਗੇ, ਪਰ ਨਿਗਾਹ ਸਾਰਿਆਂ ਦੀ ਉਹ ਪੰਜਾਬ ਤੇ ਹੈ, ਚਾਹੇ ਕਿਸਾਨ ਜਥੇਬੰਦੀਆਂ, ਚਾਹੇ ਰਾਜਨੀਤਿਕ ਪਾਰਟੀਆਂ, ਚਾਹੇ ਸਰਕਾਰੀ ਏਜੰਸੀਆਂ, ਚਾਹੇ ਸੂਬਿਆਂ ਦੀਆਂ ਸਰਕਾਰਾਂ, ਚਾਹੇ ਪੁਲਿਸ ਤੰਤਰ ਹੈ, ਸਾਰਿਆਂ ਦੀ ਨਜ਼ਰ ਪੰਜਾਬ ਤੇ ਕਿ ਇਕੱਠ ਪੰਜਾਬ ਤੋਂ ਕਿੰਨਾ ਆਉਣਾ। ਸੋ ਇਸ ਲਈ ਇਹ ਪੰਜਾਬ ਨੂੰ ਇਸ ਮੌਕੇ, ਕਿਉਂਕਿ ਆਦਤ ਹੈ ਭਾਜੀ, ਪੰਜਾਬੀਆਂ ਨੂੰ, ਬੰਗਾਲੀਆਂ ਨੂੰ ਆਦਤ ਹੈ ਲੜਨ ਮਰਨ ਲਈ ਅਸੀਂ ਆ ਤੇ ਰਾਜ ਕਰਨ ਲਈ ਗੁਜਰਾਤ ਆ, ਚਾਹੇ ਉਹ ਦੌਰ ਆ ਚਾਹੇ ਅੱਜ ਦਾ ਦੌਰ ਹੈ। ਸੋ ਇਸ ਲਈ ਇਹ ਇੱਕ ਉਸ ਪਿਰਤ ਦੇ ਵਿੱਚੋਂ ਦੇਖਿਆ ਜਾ ਰਿਹਾ ਕਿ ਪੰਜਾਬ ਲੈ ਕੇ ਕੀ ਆਏਗਾ। ਸੋ ਇਹ ਹੁਣ ਸਰਕਾਰਾਂ ਦੀ ਸਾਜ਼ਿਸ਼ ਦੇ ਬਰਾਬਰ ਮੈਨੂੰ ਲੱਗਦਾ ਕਿਸਾਨ ਜਥੇਬੰਦੀਆਂ ਬਹੁਤ ਲੰਬੇ ਸੰਘਰਸ਼ ਚੋਂ ਨਿਕਲੀਆਂ, ਇਹਨਾਂ ਨੂੰ ਸੂਝ ਹੈ, ਇਹਨਾਂ ਨੂੰ ਪਤਾ ਕਿ ਸਰਕਾਰਾਂ ਕਿਹੜੇ ਜੇ ਉਹ ABC ਪਲਾਨ ਬਣਾ ਕੇ ਚੱਲਣਗੀਆਂ ਤਾਂ ਇਹ ਵੀ ਊੜਾ ਆੜਾ ਈੜੀ ਵਾਲਾ ਪਲਾਨ ਬਣਾ ਕੇ ਚੱਲਣਗੇ। ਇਹਨਾਂ ਨੂੰ ਵੀ ਪਤਾ ਕਿ ਅਸੀਂ ਸਰਕਾਰ ਦੇ ਬਰਾਬਰ ਕਿਹੜਾ ਪਲਾਨ ਲੈ ਕੇ ਜਾਣਾ। ਸੋ ਇਸ ਲਈ ਇਹਨਾਂ ਦੀ ਤਿਆਰੀ ਹੋਏਗੀ। ਮੈਨੂੰ ਲੱਗਦਾ ਜੇਕਰ ਇਹ ਸੋਚਦੇ ਨੇ, ਪਹਿਲੀ ਗੱਲ ਤਾਂ ਇਹ ਹੈ ਕਿ ਹਰਿਆਣੇ ਨੂੰ ਬਿਲਕੁਲ ਅਧਿਕਾਰ ਨਹੀਂਗਾ, ਇਹ ਰਾਸ਼ਟਰੀ ਮਾਰਗ ਹੈ,
ਤੁਸੀਂ ਦਿੱਲੀ ਜਾਣਾ ਰੋਕਣ ਦਾ ਮਤਲਬ ਇੱਧਰ ਚੰਡੀਗੜ੍ਹ ਆਉਣਾ, ਜੇ ਕੱਲ੍ਹ ਨੂੰ ਪੰਜਾਬ ਰੋਕ ਦੇਵੇ ਕਿ ਸਾਡੀ ਰਾਜਧਾਨੀ ਆ, ਵੜਨ ਨਹੀਂ ਦਿੰਦੇ, ਫਿਰ ਸਵਾਦ ਆਜੂ। ਠੀਕ ਹੈ ਨਾ, ਇਸ ਲਈ ਇਦਾਂ ਨਹੀਂ ਹੁੰਦਾ ਲੜਾਈ ਸਰਕਾਰ ਸੈਂਟਰ ਨਾਲ ਹੈ, ਪਰ ਮਸਲਾ ਇਕੱਲਾ ਹੁਣ ਦਿੱਲੀ ਕੇਂਦਰ ਦਾ ਜਾਂ ਹਰਿਆਣੇ ਦਾ ਨਹੀਂ ਹੈ। ਮੈਨੂੰ ਉਹਦੇ ਵਿਚਾਲੇ ਦਿੱਲੀ ਦੀ ਸਰਕਾਰ ਵੀ ਖੜੀ ਨਜ਼ਰ ਆਉਂਦੀ ਹੈ। ਹਾਂ ਬਿਲਕੁਲ ਜੀ ਬਿਲਕੁਲ, ਜਿਵੇਂ ਅੱਜ ਵੀ ਉਹਨਾਂ ਨੇ ਕਰੋਨਾ ਵਾਇਰਸ ਵਾਲਾ ਵਿੱਚ ਛੱਡਤਾ। ਖੱਟਰ ਤੋਂ ਬਾਅਦ ਕੇਜਰੀਵਾਲ, ਫਿਰ ਮੋਦੀ ਦਾ ਘਰ ਆਉਂਦਾ। ਪਹਿਲਾਂ ਇਹ ਦੋ ਘਰ ਲੰਘਣੇ ਔਖੇ ਨੇ। ਸੋ ਇਹਨਾਂ ਦੋਵਾਂ ਨਾਕਿਆਂ ਨੂੰ ਕਿਵੇਂ ਕਿਸਾਨ ਜਥੇਬੰਦੀਆਂ ਤੋੜਦੀਆਂ, ਇਹ ਸਵਾਲ ਹੋਏਗਾ। ਹੋ ਸਕਦਾ ਕਿ ਇਸ ਵਾਰ ਉਹਨਾਂ ਦੀ ਰਣਨੀਤੀ ਹੋਵੇ ਕਿ ਪੰਜਾਬ ਦੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਤੋਂ ਵੀ ਵਾੜ ਲਓ, ਉੱਧਰੋਂ ਬਠਿੰਡੇ ਵਾਲੇ ਪਾਸੋਂ ਜਿਹੜੀ ਐਂਟਰੀ ਉੱਧਰੋਂ ਵੀ ਵਾੜ ਲਓ, ਸਾਰੇ ਪਾਸਿਓਂ ਵੜ ਕੇ ਅੰਬਾਲਾ, ਕੁਰੂਖੇਤਰ, ਸੋਨੀਪਤ ਕਿਤੇ ਉੱਥੇ ਗੱਬੇ ਘੇਰ ਲਓ, ਅੱਗੇ ਨਾ ਜਾਣ ਦਿਓ। ਇਹ ਵੀ ਇੱਕ ਰਣਨੀਤੀ ਹੋ ਸਕਦੀ ਹੈ। ਦੂਸਰੀ ਰਣਨੀਤੀ ਹੋ ਸਕਦੀ ਹੈ ਕਿ ਕਰੋਨਾ ਦੇ ਤਹਿਤ ਮੈਨੂੰ ਲੱਗਦਾ ਕਿ ਫਿਰ ਕਿਸਾਨ ਜਥੇਬੰਦੀਆਂ ਤਿਆਰ ਹੋਣਗੀਆਂ ਕਿ ਦਿੱਲੀ ਆਵਾਂਗੇ ਭਾਈ, ਕੋਵਿਡ ਟੈਸਟ ਕਰਾ ਲਓ, ਸਣੇ ਮੀਡੀਆ ਸਾਨੂੰ ਵੀ ਸਾਰਿਆਂ ਨੂੰ ਅੰਦਰ ਰੱਖ ਲਓ 14 ਦਿਨ ਲਈ ਅੰਦਰ, ਹੈ ਨਾ, ਰੱਖੋ। ਸੋ ਇਸ ਲਈ ਮੈਨੂੰ ਲੱਗਦਾ ਕਿਸਾਨ ਜਥੇਬੰਦੀਆਂ ਵੀ ਤਿਆਰੀ ਕਰਕੇ ਜਾਣ, ਮੀਡੀਆ ਕਰਮੀ ਵੀ ਤਿਆਰੀ ਕਰਕੇ ਜਾਣ ਕਿ ਹਮਲਾ ਤੁਹਾਡੇ ਸਾਡੇ ਤੇ ਵੀ ਹੋ ਸਕਦਾ, ਅਸੀਂ ਵੀ ਨਿਸ਼ਾਨੇ ਤੇ, ਕਿਉਂਕਿ ਅਸੀਂ ਜਿਹੜੀ ਪੰਜਾਬ ਦੀ ਆਵਾਜ਼ ਬਣੇਗਾ ਉਹਨਾਂ ਨੂੰ ਉਹ ਚੁਭੇਗਾ। ਸੋ ਕਿਤੇ ਨਾ ਕਿਤੇ ਕਿਸਾਨਾਂ ਦੀ ਆਵਾਜ਼, ਪੰਜਾਬ ਦੀ ਆਵਾਜ਼ ਨੂੰ ਮੈਨੂੰ ਲੱਗਦਾ ਰੋਕਣ ਦੇ ਲਈ ਪਰ ਕਿਸਾਨ ਜਥੇਬੰਦੀਆਂ ਤਹੀਆ ਕਰਕੇ ਜਾਣਗੀਆਂ। ਇਹ 26-27 ਨਵੰਬਰ ਦਾ ਅੰਦੋਲਨ ਕਿਤੇ ਨਾ ਕਿਤੇ ਇਹਨਾਂ ਬਿੱਲਾਂ ਦੇ ਅੰਦੋਲਨ ਦੀ ਕੀ ਰੂਪਰੇਖਾ ਹੋਵੇਗਾ, ਉਹ ਦ੍ਰਿਸ਼ ਸਾਹਮਣੇ ਆਏਗਾ। ਮੈਨੂੰ ਲੱਗਦਾ ਇੱਥੋਂ ਹੀ ਕਹਾਣੀ ਲਿਖੀ ਜਾਣੀ ਸ਼ੁਰੂ ਹੋਣੀ ਹੈ। ਬਹੁਤ ਸ਼ੁਕਰੀਆ ਦੀਪਕ ਸ਼ਰਮਾ ਚਨਾਰਥਲ ਜੀ, ਬੜੀਆਂ ਬੇਬਾਕ ਟਿੱਪਣੀ ਕੀਤੀ ਹੈ ਭਾਜੀ ਤੁਸੀਂ, ਔਰ ਬਹੁਤ ਇਹ ਜ਼ਰੂਰੀ ਸੀਗੀ। ਜਾਗਰੂਕਤਾ ਦੀ ਗੱਲ ਕੀਤੀ ਹੈ। ਇੱਕ ਸਭ ਤੋਂ ਮਹੱਤਵਪੂਰਨ ਗੱਲ ਕਿ ਅੱਖਾਂ ਖੋਲ ਲਓ ਲੋਕੋ, ਇਹ ਲੜਾਈ ਇਹਨਾਂ ਦੀ ਨਹੀਂ ਹੈ ਜਿਹੜੇ ਸਿਰ ਤੇ ਪਰਨੇ ਬੰਨ੍ਹ ਕੇ ਜਾਂ ਹਰੀਆਂ ਪੱਗਾਂ ਜਾਂ ਝੰਡੇ ਚੱਕ ਕੇ ਬੈਠੇ ਆ। ਕੱਲੀ ਇਹਨਾਂ ਦੀ ਲੜਾਈ ਨਹੀਂ ਹੈ, ਇਹ ਲੜਾਈ ਅਸਲ 'ਚ ਜਦੋਂ ਸਾਡੇ ਤੇ ਪੈਣੀ ਹੈ ਫਿਰ ਪਤਾ ਲੱਗੂ। ਅਗਲੀ ਗੱਲ ਭਾਈ, ਜੇ ਉਹਨਾਂ ਕੋਲ ABC ਹੈ ਤਾਂ ਸਾਡੇ ਵਾਲਿਆਂ ਕੋਲ ਵੀ ਉੜਾੜਾ ਹੈ। ਵੇਖਾਂਗੇ ਸਮੇਂ ਦੇ ਗਰਭ 'ਚੋਂ ਨਿਕਲਦਾ ਕੀ ਹੈ, ਪਰ ਫਿਲਹਾਲ ਵਿਚਾਰ ਚਰਚਾ ਦੇ ਵਿੱਚ ਦਿਓ ਵਿਰਾਮ। ਬਣੇ ਰਹੋ ਵਾਇਸ ਆਫ ਪੰਜਾਬ TV ਦੇ ਨਾਲ। ਸਤਿ ਸ਼੍ਰੀ ਅਕਾਲ।